एवरीवन स्वागत है जी थोड़ा अज की इस वीडियो के विच। अज की इस वीडियो के विच आपां मोस्ट इंपोर्टेंट टॉपिक मौलिक अधिकार कवर करन जा रहे हैं। ठीक है, जिद्दां कि तुहानूं पता है ETT 5994 का जिहड़ा सिलेबस है उस दे विच भी ये टॉपिक मैंशन है। ठीक है, मौलिक अधिकार ते जिहड़ा FCI का एग्जाम है उस दे विच भी GK के अंडर यह टॉपिक आने वाला है। तो यह जिहड़ा टॉपिक है वेरी इंपोर्टेंट क्वेश्चन वेरी इंपोर्टेंट टॉपिक है। ठीक है, तो इस करके इस टॉपिक नूं पूरा एंड तक देखियो। आई एम श्योर जेकर तुसीं पूरी वीडियो एंड तक देखते हो तो तुहाडा ये जिहड़ा टॉपिक है पूरा कवर हो जाएगा। ठीक है, तो स्टार्ट करते हैं अज की वीडियो। सब तो पहला देखांगे आपां मौलिक अधिकार बारे। ठीक है, कि मौलिक अधिकार किहड़े हुंदे ने ते किहड़े हुंदे ने, कदों ये बने। ठीक है, तो ये सारे जिहड़े फैक्ट ते आपां गल करांगे। जिहड़ी अज की वीडियो है ये पंजाब के सारे ही पेपरां लई जरूरी है। ठीक है, चाहे वो ETT का होवे, चाहे FCI का होवे, जां कोई होर भी होवे। ठीक है, तो इस करके जिहड़ी वीडियो इंपोर्टेंट रहेगी। तो स्टार्ट करते हैं आपां सब तो पहला। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਅਧਿਕਾਰ ਕੀ ਹੁੰਦੇ ਨੇ। ਠੀਕ ਹੈ, ਦੇਖੋ ਮੌਲਿਕ ਅਧਿਕਾਰ ਬਾਰੇ ਪੜ੍ਹਨਾ ਹੈ ਆਪਾਂ ਨੇ, ਤਾਂ ਉਹਦੇ ਤੋਂ ਪਹਿਲਾਂ ਆਪਾਂ ਨੂੰ ਅਧਿਕਾਰ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਅਧਿਕਾਰ ਹੁੰਦੇ ਕੀ ਨੇ। ਦੇਖੋ ਅਧਿਕਾਰ ਜਿਹੜੇ ਨੇ ਉਹਦੀ ਜੇਕਰ ਡੈਫੀਨੇਸ਼ਨ ਦੇਖੀਏ ਕਿ ਵਿਅਕਤੀਆਂ ਦੇ ਸਮੂਹ ਵੱਲੋਂ ਕੀਤੀਆਂ ਗਈਆਂ ਉਹ ਉਚਿਤ ਮੰਗਾਂ ਜਿਨ੍ਹਾਂ ਨੂੰ ਸਮਾਜ ਅਤੇ ਰਾਜ ਮਾਨਤਾ ਦਿੰਦਾ ਹੈ ਉਸਨੂੰ ਅਧਿਕਾਰ ਕਹਿੰਦੇ ਹਨ। ਜੇਕਰ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਗੱਲ ਕਰੀਏ ਕਿ ਕੋਈ ਵੀ ਆਪਣੀ ਉਚਿਤ ਮੰਗ, ਠੀਕ ਹੈ, ਜਿਸ ਨੂੰ ਕਿ ਇੱਕ ਸਮਾਜ ਦੇ ਵਿੱਚ ਇੱਕ ਸਟੇਟ ਦੇ ਵਿੱਚ ਮਾਨਤਾ ਦਿੱਤੀ ਜਾ ਸਕਦੀ ਹੈ ਉਸਨੂੰ ਅਧਿਕਾਰ ਕਹਿ ਦਿੰਦੇ ਨੇ। ਠੀਕ ਹੈ, ਜਿਸ ਦਾ ਕਿ ਕਿਸੇ ਦੂਜੇ ਜਾਂ ਤੀਜੇ ਪਰਸਨ ਨੂੰ ਨੁਕਸਾਨ ਨਾ ਹੋਵੇ। ਠੀਕ ਹੈ, ਉਹ ਵਾਲੀ ਉਚਿਤ ਮੰਗ ਨੂੰ ਜਿਹੜਾ ਆਪਾਂ ਅਧਿਕਾਰ ਕਹਿ ਦਿੰਦੇ ਨੇ, ਜਿਸ ਨੂੰ ਕਿ ਸਮਾਜ ਜਿਹੜਾ ਆਪਣਾ ਮਾਨਤਾ ਦਿੰਦਾ ਹੈ, ਅਪਰੂਵਲ ਦਿੰਦਾ ਹੈ। ਠੀਕ ਹੈ, ਤਾਂ ਜੇਕਰ ਗੱਲ ਕਰੀਏ ਮੌਲਿਕ ਅਧਿਕਾਰਾਂ ਦੀ, ਤਾਂ ਮੌਲਿਕ ਅਧਿਕਾਰਾਂ ਦੀ ਜੇਕਰ ਮੌਲਿਕ ਅਧਿਕਾਰ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਇਹਨਾਂ ਅਧਿਕਾਰਾਂ ਨੂੰ ਕਿਸੇ ਤੋਂ ਲਿਆ ਗਿਆ ਹੋਣਾ। ਠੀਕ ਹੈ, ਤਾਂ ਕਿਸੇ ਨੇ ਦੀ ਮੰਗ ਕਰੀ ਹੋਣੀ ਤਾਂ ਹੀ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ ਨੇ ਉਹ। ਠੀਕ ਹੈ, ਜਾਂ ਫਿਰ ਕਿਸੇ ਦੇ ਦਿਮਾਗ ਦੇ ਵਿੱਚ ਆਏ ਹੋਣੇ ਕਿ ਹਾਂ ਸਾਡੇ ਮੌਲਿਕ ਅਧਿਕਾਰ ਹੋਣੇ ਚਾਹੀਦੇ ਨੇ, ਫਿਰ ਉਸਨੂੰ ਵੀ ਸੰਵਿਧਾਨ ਦੇ ਵਿੱਚ ਆਪਾਂ ਐਡ ਕਰਾਂਗੇ। ਤਾਂ ਇਸ ਤਰ੍ਹਾਂ ਜਿਹੜੀ ਅਧਿਕਾਰਾਂ ਦੀ ਮੰਗ ਹੈ ਉਹ ਸਭ ਤੋਂ ਪਹਿਲਾਂ 1928 ਦੇ ਵਿੱਚ ਨਹਿਰੂ ਰਿਪੋਰਟ ਦੇ ਵਿੱਚ ਕੀਤੀ ਗਈ ਸੀ। ਠੀਕ ਹੈ, ਜਿਹੜੀ ਆਪਣੀ ਨਹਿਰੂ ਰਿਪੋਰਟ ਹੈ ਉਹ 1928 ਦੇ ਵਿੱਚ ਆਈ ਸੀ, ਜਿਸ ਦੇ ਵਿੱਚ ਕਿ ਆਪਣੇ ਅਧਿਕਾਰਾਂ ਦੀ ਜਿਹੜੀ ਮੰਗ ਕੀਤੀ ਗਈ ਸੀ ਸਭ ਤੋਂ ਪਹਿਲੀ ਵਾਰੀ। ਠੀਕ ਹੈ, ਜੇਕਰ ਗੱਲ ਕਰੀਏ ਮੰਗ ਦੀ ਅਧਿਕਾਰਾਂ ਦੀ ਤਾਂ ਦੋ ਤਰ੍ਹਾਂ ਦੀ ਮੰਗ ਹੁੰਦੀ ਹੈ। ਠੀਕ ਹੈ, ਲਿਖਤੀ ਮੰਗ ਵੀ ਲਿਖ ਕੇ ਮੰਗਿਆ ਜਾਵੇ, ਠੀਕ ਹੈ, ਕਿਸੇ ਚੀਜ਼ ਨੂੰ, ਜਾਂ ਫਿਰ ਮੌਖਿਕ ਮੰਗ ਕਿਸੇ ਚੀਜ਼ ਨੂੰ ਕਹਿ ਕੇ ਮੰਗਣਾ। ਠੀਕ ਹੈ, ਤਾਂ ਜਦੋਂ ਮੌਲਿਕ ਅਧਿਕਾਰਾਂ ਦੀ ਲਿਖਤੀ ਮੰਗ ਕੀਤੀ ਸੀ ਉਹ ਕੀਤੀ ਸੀ ਜੀ ਮੋਤੀ ਲਾਲ ਨਹਿਰੂ ਨੇ। ਠੀਕ ਹੈ, ਅਤੇ ਜਿਹੜੀ ਮੌਖਿਕ ਮੰਗ ਕੀਤੀ ਸੀ ਉਹ ਕੀਤੀ ਗਈ ਸੀ ਜੀ ਐਨੀ ਬੈਂਸਟ ਦੁਆਰਾ। ਠੀਕ ਹੈ, ਤਾਂ ਦੋਨੋਂ ਪੁਆਇੰਟ ਇੰਪੋਰਟੈਂਟ ਨੇ, ਤੁਹਾਡੇ ਤੋਂ ਆਰਾਮ ਨਾਲ ਕੁਐਸਚਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਜਿਹੜੀ ਅਧਿਕਾਰਾਂ ਦੀ ਮੰਗ ਹੈ ਉਹ ਕਿਹਨਾਂ ਤੋਂ ਕਿਹੜੀ ਰਿਪੋਰਟ ਦੇ ਵਿੱਚ ਆਈ ਸੀਗੀ, ਤਾਂ ਆਪਾਂ ਕਹਾਂਗੇ ਨਹਿਰੂ ਰਿਪੋਰਟ। ਠੀਕ ਹੈ, ਅਤੇ ਕਿਹਨਾਂ ਨੇ ਇਹਦੀ ਲਿਖਤੀ ਮੰਗ ਮੰਗੀ ਸੀ ਤਾਂ ਮੋਤੀ ਲਾਲ ਨਹਿਰੂ ਨੇ। ਕਿਹਨਾਂ ਨੇ ਮੌਖਿਕ ਮੰਗ ਕੀਤੀ ਸੀ ਮੌਲਿਕ ਅਧਿਕਾਰਾਂ ਦੀ ਤਾਂ ਇਹ ਕੀਤੀ ਸੀ ਜੀ ਐਨੀ ਬੈਂਸਟ ਦੁਆਰਾ। ਠੀਕ ਹੈ, ਜੇਕਰ ਗੱਲ ਕਰੀਏ ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਕਿਸ ਨੂੰ ਕਹਿੰਦੇ ਹਨ, ਤਾਂ ਭਾਰਤੀ ਸੰਵਿਧਾਨ ਜਿਹੜਾ ਮੈਗਨਾ ਕਾਰਟਾ ਹੈ ਉਹ ਆਪਣੇ ਮੌਲਿਕ ਅਧਿਕਾਰ ਨੂੰ ਹੀ ਕਹਿੰਦੇ ਹਨ। ਠੀਕ ਹੈ, ਜਿਹੜੇ ਆਪਣੇ ਮੌਲਿਕ ਅਧਿਕਾਰ ਨੇ ਉਹ ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਦਰਜ ਕੀਤੇ ਗਏ ਨੇ। ਠੀਕ ਹੈ, ਇਹ ਜਿੰਨੇ ਵੀ ਫੈਕਟ ਨੇ ਇਹ ਬਿਲਕੁਲ ਇੰਪੋਰਟੈਂਟ ਨੇ, ਤੁਸੀਂ ਧਿਆਨ ਨਾਲ ਪੜ੍ਹੋ ਇਹਨਾਂ ਨੂੰ। ਠੀਕ ਹੈ, ਜਿਹੜਾ ਆਪਣਾ ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਹੈ ਉਸਨੂੰ ਉਹ ਕਿਹੜੇ ਨੇ ਮੌਲਿਕ ਅਧਿਕਾਰਾਂ ਨੂੰ ਕਹਿੰਦੇ ਹਨ। ਠੀਕ ਹੈ, ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ, ਅਤੇ ਇਹ ਕਿਹੜੇ ਭਾਗ ਦੇ ਵਿੱਚ ਦਰਜ ਕੀਤੇ ਗਏ ਹਨ ਸੰਵਿਧਾਨ ਦੇ, ਇਹ ਕੀਤੇ ਗਏ ਨੇ ਜੀ ਤੀਜੀ ਭਾਗ ਦੇ ਵਿੱਚ। ਠੀਕ ਹੈ, ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਆਪਣੇ ਮੌਲਿਕ ਅਧਿਕਾਰ ਦਰਜ ਕੀਤੇ ਗਏ ਨੇ, ਅਤੇ ਕਿਹੜੇ ਸਿਧਾਂਤਾਂ ਅਧੀਨ ਦਰਜ ਕੀਤੇ ਗਏ ਨੇ ਤਾਂ ਇਹ ਕੀਤੇ ਗਏ ਨੇ ਜੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਅਧੀਨ। ਠੀਕ ਹੈ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਅਧੀਨ ਜਿਹੜੇ ਨੇ ਆਪਣੇ ਮੌਲਿਕ ਅਧਿਕਾਰ ਦਰਜ ਕੀਤੇ ਗਏ ਨੇ। ਠੀਕ ਹੈ, ਕਿੱਥੇ ਕਿਹੜੇ ਅਨੁਛੇਦ ਤੋਂ ਲੈ ਕੇ ਕਿਹੜੇ ਅਨੁਛੇਦ ਤੱਕ ਜਿਹੜੇ ਨੇ ਆਪਣੇ ਮੌਲਿਕ ਅਧਿਕਾਰ ਨੇ, ਮਤਲਬ ਕਿਹੜੇ ਆਰਟੀਕਲ ਤੋਂ ਲੈ ਕੇ ਕਿਹੜੇ ਆਰਟੀਕਲ ਤੱਕ ਹਨ, ਤਾਂ ਉਹ ਹੈਗੇ ਨੇ ਜੀ 14 ਤੋਂ 32 ਤੱਕ। ਠੀਕ ਹੈ, ਆਰਟੀਕਲ ਨੰਬਰ 14 ਤੋਂ ਲੈ ਕੇ 32 ਤੱਕ ਆਪਣੇ ਜਿਹੜੇ ਮੌਲਿਕ ਅਧਿਕਾਰ ਨੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਇਹ ਟੋਟਲ 6 ਕਿਸਮ ਦੇ ਨੇ। ਠੀਕ ਹੈ, ਤਾਂ ਆਪਾਂ ਨੇ ਕੀ ਪੜ੍ਹਿਆ ਹੁਣ ਤੱਕ ਮੌਲਿਕ ਅਧਿਕਾਰਾਂ ਬਾਰੇ। ਮੌਲਿਕ ਅਧਿਕਾਰ ਉਹ ਉਚਿਤ ਮੰਗਾਂ ਹਨ, ਠੀਕ ਹੈ, ਜਿਨ੍ਹਾਂ ਨੂੰ ਕਿ ਸਮਾਜ ਮਾਨਤਾ ਦਿੰਦਾ ਹੈ। ਪਹਿਲੀ ਵਾਰੀ ਲਿਖਤੀ ਮੰਗ ਕੀਤੀ ਗਈ ਸੀ ਮੋਤੀ ਲਾਲ ਨਹਿਰੂ ਦੁਆਰਾ, ਮੌਖਿਕ ਮੰਗ ਕੀਤੀ ਗਈ ਸੀ ਐਨੀ ਬੈਂਸਟ ਦੁਆਰਾ। ਠੀਕ ਹੈ, ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਕਹਿੰਦੇ ਨੇ ਮੌਲਿਕ ਅਧਿਕਾਰਾਂ ਨੂੰ, ਅਤੇ ਮੌਲਿਕ ਅਧਿਕਾਰ ਕਿਹੜੇ ਭਾਗ ਦੇ ਵਿੱਚ ਦਰਜ ਕੀਤੇ ਗਏ ਹਨ, ਤੀਜੇ ਭਾਗ ਦੇ ਵਿੱਚ। ਕਿਹੜੇ ਸਿਧਾਂਤਾਂ ਅਧੀਨ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਅਧੀਨ। ਠੀਕ ਹੈ, ਅਤੇ ਕਿੱਥੋਂ ਤੋਂ ਕਿੱਥੇ ਤੱਕ ਸ਼ਾਮਿਲ ਕੀਤੇ ਗਏ ਹਨ, 14 ਤੋਂ 32 ਤੱਕ, ਅਤੇ ਇਹ ਕਿੰਨੇ ਕਿਸਮ ਦੇ ਹਨ, 6 ਕਿਸਮ ਦੇ ਹਨ। ਠੀਕ ਹੈ, ਤਾਂ ਇੱਥੇ ਤੱਕ ਆਪਾਂ ਪੜ੍ਹ ਚੁੱਕੇ ਹਾਂ ਮੌਲਿਕ ਅਧਿਕਾਰਾਂ ਬਾਰੇ। ਹੋ ਸਕਦਾ ਤੁਹਾਨੂੰ ਜਿਹੜਾ ਨਵਾਂ ਟੌਪਿਕ ਤੁਹਾਨੂੰ ਨਵਾਂ ਜਿਹਾ ਲੱਗੇ, ਸ਼ਾਇਦ ਤੁਹਾਨੂੰ ਸਮਝ ਵੀ ਨਾ ਆਵੇ, ਪਰ ਇੱਕ ਵਾਰੀ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ। ਠੀਕ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ MCQ ਕਰਾਵਾਂਗੀ ਇਸ ਪੂਰੇ ਚੈਪਟਰ ਦੇ, ਫਿਰ ਜਦੋਂ ਤੁਸੀਂ ਉਹਨਾਂ MCQ ਨੂੰ ਸੋਲਵ ਕਰੋਗੇ ਕੁਐਸਚਨਸ ਨੂੰ। ਠੀਕ ਹੈ, ਇੱਕ ਤਰ੍ਹਾਂ ਨਾਲ ਅੱਜ ਆਪਾਂ ਟੌਪਿਕ ਕਵਰ ਕਰ ਰਹੇ ਹਾਂ। ਮੰਨ ਲਓ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਦੇ MCQ ਕਰਾਂਗੇ। ਠੀਕ ਹੈ, ਟੈਸਟ ਲਵਾਂਗੇ, ਫਿਰ ਤੁਹਾਨੂੰ ਜਿਹੜੇ ਆਨਸਰ ਆਉਣਗੇ ਨਾਲ ਦੀ ਨਾਲ ਆ ਜਾਣਗੇ, ਫਿਰ ਤੁਹਾਨੂੰ ਵਧੀਆ ਲੱਗੇਗਾ ਕਿ ਹਾਂ ਤੁਹਾਡਾ ਜਿਹੜਾ ਟੌਪਿਕ ਹੈ ਕਵਰ ਹੋ ਚੁੱਕਿਆ ਹੈ। ਠੀਕ ਹੈ, ਤਾਂ ਇਸ ਕਰਕੇ ਵੀਡੀਓ ਨੂੰ ਛੱਡਣਾ ਨਹੀਂ ਹੈਗਾ, ਪੂਰਾ ਐਂਡ ਤੱਕ ਦੇਖਿਓ। ਠੀਕ ਹੈ, ਸਾਰਾ ਕੁਝ ਸਮਝ ਆਏਗਾ ਹੌਲੀ ਹੌਲੀ। ਮੈਂ ਐਂਡ ਦੇ ਵਿੱਚ ਇੱਕ ਵਾਰੀ ਰੀਕੈਪ ਵੀ ਕਰਾ ਦਾਂਗੀ ਸਾਰਾ ਕੁਝ। ਠੀਕ ਹੈ, ਜਿਹੜੇ ਮੌਲਿਕ ਅਧਿਕਾਰ ਨੇ ਉਹ 6 ਕਿਸਮ ਦੇ ਹੁੰਦੇ ਹਨ, 14 ਤੋਂ 32 ਤੱਕ ਸ਼ਾਮਲ ਹਨ। ਠੀਕ ਹੈ, ਜੇਕਰ ਗੱਲ ਕਰੀਏ ਕਿ ਪਹਿਲਾਂ ਸੰਵਿਧਾਨ ਦੇ ਵਿੱਚ ਜਦੋਂ ਸੰਵਿਧਾਨ ਬਣਿਆ ਸੀ
ਤਾਂ ਉਦੋਂ ਵੀ ਸੰਵਿਧਾਨ ਦੇ ਵਿੱਚ ਜਿਹੜੇ ਆਪਣੇ ਮੌਲਿਕ ਅਧਿਕਾਰ ਨੇ 6 ਸਨ? ਨਹੀਂ, ਉਦੋਂ ਮੌਲਿਕ ਅਧਿਕਾਰ ਕਿੰਨੇ ਸਨ? ਉਸ ਟਾਈਮ ਆਪਣੇ ਮੌਲਿਕ ਅਧਿਕਾਰ 7 ਸਨ, ਠੀਕ ਹੈ, ਜਦੋਂ ਆਪਣਾ ਸੰਵਿਧਾਨ ਬਣਿਆ ਸੀ। ਪਰ ਜੇ ਗੱਲ ਕਰੀਏ ਅੱਜ ਦੀ ਇਸ ਟਾਈਮ, ਤਾਂ ਇਸ ਟਾਈਮ ਆਪਣੇ 6 ਮੌਲਿਕ ਅਧਿਕਾਰ ਨੇ ਟੋਟਲ, ਠੀਕ ਹੈ। ਤਾਂ ਜੇ ਗੱਲ ਕਰੀਏ ਆਪਣਾ ਇੱਕ ਮੌਲਿਕ ਅਧਿਕਾਰ ਕਿੱਥੇ ਗਿਆ, ਤਾਂ ਜਿਹੜਾ ਪਹਿਲਾ 7ਵਾਂ ਮੌਲਿਕ ਅਧਿਕਾਰ ਸੀ ਹੈ ਨਾ, ਤਾਂ ਉਸਨੂੰ 1978 ਦੇ ਵਿੱਚ 44ਵੀਂ ਸੋਧ ਦੁਆਰਾ ਖਾਰਿਜ ਕਰ ਦਿੱਤਾ ਗਿਆ ਸੀ, ਠੀਕ ਹੈ। ਮਤਲਬ ਉਸਨੂੰ ਖਤਮ ਕਰ ਦਿੱਤਾ ਗਿਆ ਸੀ ਮੌਲਿਕ ਅਧਿਕਾਰਾਂ ਦੀ ਲਿਸਟ ਦੇ ਵਿੱਚੋਂ। ਕਦੋਂ ਕੀਤਾ ਸੀ? 1978 ਦੇ ਵਿੱਚ 44ਵੀਂ ਸੋਧ ਦੁਆਰਾ, ਠੀਕ ਹੈ। ਇਹ ਡਾਟਾ ਯਾਦ ਰੱਖਣਾ ਹੈ, ਕਦੋਂ ਕੀਤਾ ਗਿਆ ਸੀ? 1978 ਦੇ ਵਿੱਚ। ਕਿਹੜੀ ਸੋਧ ਦੁਆਰਾ? 44ਵੀਂ ਸੋਧ ਦੁਆਰਾ, ਠੀਕ ਹੈ। ਤਾਂ ਉਹ ਕਿਹੜਾ ਮੌਲਿਕ ਅਧਿਕਾਰ ਸੀ ਜਿਸ ਨੂੰ ਖਾਰਿਜ ਕੀਤਾ ਗਿਆ ਸੀ, ਕੈਂਸਲ ਕੀਤਾ ਗਿਆ ਸੀ? ਤਾਂ ਉਹ ਕੀਤਾ ਗਿਆ ਸੀ ਸੰਪत्ति ਜਾਂ ਜਾਇਦਾਦ ਦਾ ਅਧਿਕਾਰ, ਠੀਕ ਹੈ। ਜਦੋਂ ਸੰਵਿਧਾਨ ਆਪਣਾ ਬਣਿਆ ਸੀ ਉਸ ਟਾਈਮ 7 ਸਨ, ਹੁਣ 6 ਸਨ, ਹੁਣ 6 ਨੇ, ਠੀਕ ਹੈ। ਜਿਹੜਾ 7ਵਾਂ ਸੀ ਉਹ ਹੈਗਾ ਸੀ ਜੀ ਸੰਪत्ति ਜਾਂ ਜਾਇਦਾਦ ਦਾ ਅਧਿਕਾਰ, ਜਿਸ ਨੂੰ ਕਿ 1978 ਦੇ ਵਿੱਚ 44ਵੀਂ ਸੋਧ ਦੁਆਰਾ ਖਾਰਿਜ ਕਰ ਦਿੱਤਾ ਗਿਆ ਸੀ, ਠੀਕ ਹੈ। ਫਿਰ ਜੇ ਹੁਣ ਗੱਲ ਕਰੀਏ ਇਸ ਅਧਿਕਾਰ ਦਾ ਹੁਣ ਕੀ ਕੀਤਾ ਗਿਆ ਹੈ, ਤਾਂ ਇਸ ਅਧਿਕਾਰ ਨੂੰ ਨੋਰਮਲ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ, ਠੀਕ ਹੈ। ਜਿੱਦਾਂ ਬਾਕੀ ਅਧਿਕਾਰ ਨੇ ਕਾਨੂੰਨੀ ਅਧਿਕਾਰ, ਤਾਂ ਉਸੇ ਤਰ੍ਹਾਂ ਨੋਰਮਲ ਕਾਨੂੰਨੀ ਅਧਿਕਾਰਾਂ ਵਾਂਗੂ ਇਸ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ, ਠੀਕ ਹੈ। ਤਾਂ ਇੱਥੇ ਤੱਕ ਸਮਝ ਆ ਗਿਆ? ਪਹਿਲਾਂ ਇਹ 7 ਸਨ, ਹੁਣ 6 ਸਨ, 6 ਹੋ ਗਏ ਨੇ, ਠੀਕ ਹੈ। ਤਾਂ ਜੇ ਗੱਲ ਕਰੀਏ ਹੁਣ ਮੌਲਿਕ ਅਧਿਕਾਰਾਂ ਦੀ ਧਾਰਨਾ ਕਿੱਥੋਂ ਆਈ ਹੈ, ਠੀਕ ਹੈ। ਜਿੱਦਾਂ ਆਪਾਂ ਨੂੰ ਪਤਾ ਜਿਹੜਾ ਆਪਣਾ ਇੰਡੀਆ ਦਾ ਕੰਸਟੀਟਿਊਸ਼ਨ ਹੈ, ਆਪਣਾ ਜਿਹੜਾ ਸੰਵਿਧਾਨ ਹੈ, ਉਹ ਵੱਖ-ਵੱਖ ਦੇਸ਼ਾਂ ਤੋਂ ਥੋੜ੍ਹੀਆਂ ਚੀਜ਼ਾਂ ਲੈ ਕੇ ਬਣਾਇਆ ਗਿਆ ਹੈ ਨਾ। ਜਿੱਦਾਂ ਮੌਲਿਕ ਅਧਿਕਾਰਾਂ ਦੀ ਧਾਰਨਾ ਕਿਸੇ ਤੋਂ ਲਈ ਹੈ, ਠੀਕ ਹੈ, ਪ੍ਰਸਤਾਵਨਾ ਦੀ ਧਾਰਨਾ ਕਿਸੇ ਤੋਂ ਲਈ ਹੈ, ਮੌਲਿਕ ਕਰਤੱਵਾਂ ਦੀ ਕਿਸੇ ਤੋਂ ਲਈ ਹੈ। ਤਾਂ ਇਸ ਤਰ੍ਹਾਂ ਹਰੇਕ ਜਿਹੜੀ ਥੋੜ੍ਹੇ ਟੌਪਿਕ ਨੇ ਉਹ ਅਲੱਗ-ਅਲੱਗ ਕੰਟਰੀਜ਼ ਤੋਂ ਲਏ ਗਏ ਨੇ। ਤਾਂ ਇਸੇ ਤਰ੍ਹਾਂ ਜਿਹੜੀ ਆਪਣੀ ਮੌਲਿਕ ਅਧਿਕਾਰਾਂ ਦੀ ਧਾਰਨਾ ਹੈ ਕਿੱਥੋਂ ਲਈ ਗਈ ਹੈ? ਇਹ ਲਈ ਗਈ ਹੈ ਜੀ ਅਮਰੀਕਾ ਦੇ ਉਹਦੇ ਤੋਂ, ਠੀਕ ਹੈ, ਦੇਸ਼ ਤੋਂ। ਅਮਰੀਕਾ ਦੇਸ਼ ਤੋਂ ਲਈ ਗਈ ਹੈ, ਸੰਯੁਕਤ ਰਾਜ ਅਮਰੀਕਾ, ਯੂਨਾਈਟਿਡ ਸਟੇਟ ਅਮਰੀਕਾ ਤੋਂ ਜਿਹੜੀ ਆਪਣੀ ਮੌਲਿਕ ਅਧਿਕਾਰਾਂ ਦੀ ਧਾਰਨਾ ਲਈ ਗਈ ਹੈ। ਵੈਰੀ ਇੰਪੋਰਟੈਂਟ ਕੁਐਸਚਨ। ਇਸ ਕੁਐਸਚਨ ਨੂੰ ਬਿਲਕੁਲ ਇੰਪੋਰਟੈਂਟ ਰੱਖਣਾ ਹੈ, ਠੀਕ ਹੈ। ਮੈਂ ਤੁਹਾਨੂੰ ਪ੍ਰੀਵੀਅਸ ਈਅਰ ਦਿਖਾਵਾਂਗੀ, ਠੀਕ ਹੈ, ਨੈਕਸਟ ਵੀਡੀਓ ਦੇ ਵਿੱਚ, ਜਿਹਦੇ ਵਿੱਚ ਕਿ ਇਸ ਟੌਪਿਕ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਪੁੱਛੇ ਗਏ ਨੇ, ਠੀਕ ਹੈ। ਤਾਂ ਮੌਲਿਕ ਅਧਿਕਾਰਾਂ ਦੀ ਧਾਰਨਾ ਕਿੱਥੋਂ ਲਈ ਹੈ? ਸੰਯੁਕਤ ਰਾਜ ਅਮਰੀਕਾ ਤੋਂ। ਤਾਂ ਸਭ ਤੋਂ ਪਹਿਲਾਂ ਹੁਣ ਆਪਾਂ ਲਿਸਟ ਦੇਖ ਲੈਂਦੇ ਹਾਂ ਕਿਹੜੇ 6 ਕਿਸਮ ਦੇ ਮੌਲਿਕ ਅਧਿਕਾਰ ਹਨ, ਫਿਰ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਸਟੈਪ ਬਾਈ ਸਟੈਪ। ਤਾਂ ਹੁਣ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਆਪਣੇ 6 ਪ੍ਰਕਾਰ ਦੇ ਮੌਲਿਕ ਅਧਿਕਾਰ ਨੇ, ਠੀਕ ਹੈ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ 14 ਤੋਂ ਲੈ ਕੇ 32 ਤੱਕ ਆਪਣੇ ਮੌਲਿਕ ਅਧਿਕਾਰ ਜਿਹੜੇ ਨੇ ਸੰਵਿਧਾਨ ਦੇ ਵਿੱਚ ਸ਼ਾਮਿਲ ਨੇ, ਹੈ ਨਾ। ਤਾਂ ਕਿਹੜੇ ਨੇ ਉਹ ਦੇਖਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਹੈਗਾ ਜੀ ਸਮਾਨਤਾ ਦਾ ਅਧਿਕਾਰ, ਠੀਕ ਹੈ। ਕਿਹੜਾ ਅਧਿਕਾਰ? ਸਮਾਨਤਾ ਦਾ ਅਧਿਕਾਰ, ਮਤਲਬ ਕਿ ਸਾਰੀਆਂ ਚੀਜ਼ਾਂ ਬਰਾਬਰ ਹੋਣ, ਸਾਰੇ ਲੋਕ ਬਰਾਬਰ ਹੋਣ, ਚਾਹੇ ਉਹ ਕਿਸੇ ਵੀ ਕਾਸਟ ਦੇ ਨੇ, ਠੀਕ ਹੈ। ਤਾਂ ਉਹ ਕਿੰਨੇ ਤੋਂ ਕਿੰਨੇ ਤੱਕ ਹਨ? 14 ਤੋਂ 18 ਤੱਕ ਜਿਹੜੇ ਨੇ ਸਮਾਨਤਾ ਦਾ ਅਧਿਕਾਰ ਹੈ, ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ 19 ਤੋਂ 22, ਤਾਂ ਉਹ ਹੈਗਾ ਜੀ ਸੁਤੰਤਰਤਾ ਦਾ ਅਧਿਕਾਰ, ਠੀਕ ਹੈ, ਜਿਸ ਨੂੰ ਕਿ ਆਜ਼ਾਦੀ ਦਾ ਅਧਿਕਾਰ ਵੀ ਕਹਿ ਦਿੰਦੇ ਨੇ। ਇਹ ਹੈਗਾ ਜੀ 19 ਤੋਂ 22 ਤੱਕ, ਠੀਕ ਹੈ। ਉਸ ਤੋਂ ਬਾਅਦ ਹੈ ਸ਼ੋਸ਼ਣ ਵਿਰੁੱਧ ਅਧਿਕਾਰ, ਜਿਹੜਾ ਕਿ 23 ਤੋਂ 24 ਤੱਕ ਹੈ। ਫਿਰ ਧਾਰਮਿਕ ਆਜ਼ਾਦੀ ਦਾ ਅਧਿਕਾਰ, ਜਿਹੜਾ ਕਿ 25 ਤੋਂ 28 ਤੱਕ ਹੈ। ਧਾਰਮਿਕ ਆਜ਼ਾਦੀ ਦੇ ਅੰਡਰ ਅੱਗੇ ਆਪਾਂ ਵੈਸੇ ਤਾਂ ਡਿਟੇਲ ਦੇ ਵਿੱਚ ਪੜਾਂਗੇ, ਪਰ ਮੈਂ ਮੋਟਾ ਦੱਸ ਦਿੰਦੀ ਹਾਂ ਇੱਥੇ। ਜਿਹੜੀ ਧਾਰਮਿਕ ਆਜ਼ਾਦੀ ਹੁੰਦੀ ਹੈ ਉਸ ਦੇ ਵਿੱਚ ਆਪਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਕੋਈ ਵੀ ਬੰਦਾ, ਜਿਹੜਾ ਕੋਈ ਵੀ ਪਰਸਨ ਹੈ, ਉਹ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ, ਠੀਕ ਹੈ। ਉਸ 'ਤੇ ਕਿਸੇ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਉਹ ਬਿਲਕੁਲ ਆਪਣਾ ਧਰਮ ਨਿਰਪੱਖ ਹੋ ਕੇ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ। ਉਸ ਤੋਂ ਬਾਅਦ 5ਵੇਂ ਦੀ ਗੱਲ ਕਰੀਏ ਤਾਂ 29 ਤੋਂ 30 ਅਨੁਛੇਦ ਤੱਕ, 29 ਤੋਂ 30 ਆਰਟੀਕਲ ਤੱਕ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ ਹੈ, ਠੀਕ ਹੈ। ਤੇ ਅਨੁਛੇਦ 32 ਦੇ ਵਿੱਚ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਹੈ, ਠੀਕ ਹੈ। ਤਾਂ ਮੇਨਲੀ ਆਪਣੇ 6 ਅਧਿਕਾਰ ਨੇ ਜਿੱਦਾਂ ਤੁਸੀਂ ਦੇਖ ਰਹੇ ਹੋ, ਠੀਕ ਹੈ। ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਸੱਭਿਆਚਾਰਕ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਠੀਕ ਹੈ। ਇਹ 6 ਮੌਲਿਕ ਅਧਿਕਾਰ ਨੇ 14 ਤੋਂ 32 ਤੱਕ। ਤਾਂ ਜਿੱਦਾਂ ਹੁਣ ਇੱਥੇ ਇੱਕ ਮੇਨ ਪੁਆਇੰਟ ਹਾਈਲਾਈਟ ਕੀਤਾ ਗਿਆ, ਭਾਰਤ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦੀ ਧਾਰਨਾ ਜਿਹੜੀ ਹੈ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਤੋਂ ਲਈ ਗਈ ਹੈ। ਬਿਲਕੁਲ ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਠੀਕ ਹੈ। ਨੀਚੇ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਸਕਦੇ ਹੋ, ਜਾਂ ਫਿਰ ਮੈਂ ਤੁਹਾਨੂੰ ਟੈਲੀਗ੍ਰਾਮ 'ਤੇ ਪੂਰਾ PDF ਜਿਹੜਾ ਹੈ ਪ੍ਰੋਵਾਈਡ ਕਰਵਾ ਦਾਂਗੀ, ਠੀਕ ਹੈ। ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ ਪ੍ਰੋਪਰਲੀ, ਠੀਕ ਹੈ। ਜਿਨ੍ਹਾਂ ਨੇ ਨੋਟਸ ਬਣਾਉਣੇ ਹੋਣ ਉਹ ਤੁਸੀਂ PDF ਨੂੰ ਦੇਖ ਕੇ ਬਣਾ ਸਕਦੇ ਹੋ। ਤਾਂ ਇਹ ਪੂਰੀ ਪਿਕਚਰ ਬਣੀ ਹੋਈ ਹੈ, ਠੀਕ ਹੈ, ਆਪਣੇ 14 ਤੋਂ ਲੈ ਕੇ 32 ਤੱਕ ਦੇ ਜਿਹੜੇ ਮੌਲਿਕ ਅਧਿਕਾਰ ਨੇ। ਤਾਂ ਹੁਣ ਆਪਾਂ ਇੱਕ ਕਰਕੇ ਨਾ ਮੌਲਿਕ ਅਧਿਕਾਰਾਂ ਬਾਰੇ ਪੜ੍ਹਾਂਗੇ, ਠੀਕ ਹੈ। ਜਿੱਦਾਂ ਪਹਿਲਾਂ ਸਮਾਨਤਾ ਦਾ ਅਧਿਕਾਰ ਪੜ੍ਹਾਂਗੇ, ਫਿਰ ਸੁਤੰਤਰਤਾ ਦਾ ਅਧਿਕਾਰ। ਐਮ ਸ਼ੋਰ ਕਿ ਜੇਕਰ ਤੁਸੀਂ ਵੀਡੀਓ ਪੂਰੀ ਤਰੀਕੇ ਨਾਲ ਦੇਖਦੇ ਹੋ, ਦੇਖੋ ਹੈ ਨਾ, ਇੱਕ ਤਰੀਕਾ ਹੁੰਦਾ ਹੈ, ਜੇਕਰ ਮੈਂ ਗੱਲ ਕਰਾਂ, ਦੇਖੋ ਕਈ ਬੱਚਿਆਂ ਦਾ ਤਰੀਕਾ ਹੁੰਦਾ ਹੈ ਸਿਰਫ ਉਹ ਮੋਟਾ ਪੜ੍ਹ ਲੈਂਦੇ ਨੇ ਉੱਪਰ ਤੋਂ, ਹੈ ਨਾ। ਤਾਂ ਉਹਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ ਫਿਰ ਆਪਾਂ ਨੂੰ ਕੁਐਸਚਨ ਨਹੀਂ ਚੰਗੀ ਤਰ੍ਹਾਂ ਆਪਾਂ ਕਵਰ ਕਰ ਪਾਉਂਦੇ, ਠੀਕ ਹੈ। ਅਤੇ ਜੇ ਗੱਲ ਕਰੀਏ ਕਈ ਬੱਚੇ ਇੱਦਾਂ ਹੁੰਦੇ ਨੇ ਜ਼ਿਆਦਾ ਡੈਪਥ 'ਚ ਚਲੇ ਜਾਂਦੇ ਨੇ, ਤਾਂ ਉਹ ਵੀ ਚੀਜ਼ ਨਹੀਂ ਠੀਕ, ਠੀਕ ਹੈ। ਤਾਂ ਆਪਾਂ ਜਸਟ ਇੱਕ ਐਗਜ਼ਾਮ ਓਰੀਐਂਟਡ ਲੈ ਕੇ ਚੱਲਾਂਗੇ, ਜਿੰਨਾ ਕਿ ਤੁਹਾਡੇ ਐਗਜ਼ਾਮ ਦੀ ਮੰਗ ਹੈ ਉਸ ਅਕੋਰਡਿੰਗ ਆਪਾਂ ਜਿਹੜਾ ਕਵਰ ਕਰਦੇ ਜਾਵਾਂਗੇ, ਠੀਕ ਹੈ। ਤਾਂ ਬਿਲਕੁਲ ਤੁਸੀਂ ਧਿਆਨ ਨਾਲ ਦੇਖਣਾ ਹੈ। ਤਾਂ ਹੁਣ ਆਪਾਂ ਇਹਨਾਂ ਦੀ ਅਧਿਕਾਰਾਂ ਦੀ ਸਟੈਪ ਬਾਈ ਸਟੈਪ ਗੱਲ ਕਰਾਂਗੇ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ ਸਮਾਨਤਾ ਦਾ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਮਾਨਤਾ ਦਾ ਅਧਿਕਾਰ। ਦੇਖੋ 14 ਤੋਂ ਲੈ ਕੇ 32 ਤੱਕ ਮੈਂ ਤੁਹਾਨੂੰ ਦੱਸੇ ਨੇ ਨਾ ਅਧਿਕਾਰ ਨੇ, ਮੌਲਿਕ ਅਧਿਕਾਰ, ਠੀਕ ਹੈ, 14 ਤੋਂ 32 ਤੱਕ। ਤਾਂ ਹੁਣ ਆਪਾਂ ਨੇ ਪਹਿਲਾਂ 14 ਤੋਂ 18 ਤੱਕ ਸਮਾਨਤਾ ਦਾ ਅਧਿਕਾਰ ਹੈ, ਠੀਕ ਹੈ।
ਸਮਾਨਤਾ ਦੇ ਅਧਿਕਾਰ ਦੇ ਵਿੱਚ ਜਿਹੜਾ ਅਨੁਛੇਦ 14 ਆਰਟੀਕਲ ਨੰਬਰ 14 ਉਹ ਹੈਗਾ ਜੀ ਕਾਨੂੰਨ ਸਾਹਮਣੇ ਸਮਾਨਤਾ। ਕੋਈ ਵੀ ਵਿਅਕਤੀ ਹੈ, ਚਾਹੇ ਉਹ ਕਿਸੇ ਵੀ ਕਾਸਟ ਦਾ ਹੈ, ਠੀਕ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਾਗਰਿਕ ਹੈ, ਉਹ ਸਾਰਿਆਂ ਦੇ ਸਾਹਮਣੇ ਸਮਾਨ ਹੈ, ਠੀਕ ਹੈ। ਚਾਹੇ ਉਹ ਕਿਸੇ ਉੱਚੇ ਅਹੁਦੇ 'ਤੇ ਹੋਵੇ, ਚਾਹੇ ਉਹ ਕਿਸੇ ਵੀ ਧਰਮ, ਜਾਤ, ਲਿੰਗ ਦੇ ਆਧਾਰ 'ਤੇ ਕਿਸੇ ਤਰ੍ਹਾਂ ਦਾ ਕੋਈ ਵੀ ਉਸਦੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ, ਠੀਕ ਹੈ। ਤਾਂ ਉਹ ਜਿਹੜਾ ਕਾਨੂੰਨ ਸਾਹਮਣੇ ਬਿਲਕੁਲ ਸਮਾਨ ਹੈ, ਠੀਕ ਹੈ। ਅਨੁਛੇਦ 15 ਦੇ ਵਿੱਚ ਕੀ ਕੀਤੀ ਗਈ ਹੈ? ਵਿਤਕਰੇ ਜਾਂ ਭੇਦਭਾਵ ਦੀ ਮਨਾਹੀ, ਠੀਕ ਹੈ। ਇਸ ਦੇ ਅਧੀਨ ਕੀ ਹੁੰਦਾ ਹੈ? ਇਸ ਦੇ ਅਧੀਨ ਸਾਰੇ ਤਰ੍ਹਾਂ ਦੇ ਵਿਤਕਰਿਆਂ ਦੀ ਜਿਹੜੀ ਮਨਾਹੀ ਕੀਤੀ ਗਈ ਹੈ। ਚਾਹੇ ਕੋਈ ਵਿਅਕਤੀ ਪਾਰਕ 'ਚ ਜਾਵੇ, ਦੁਕਾਨਾਂ 'ਤੇ ਜਾਵੇ, ਜਾਂ ਕੋਈ ਮਨੋਰੰਜਨ ਵਾਲੀਆਂ ਥਾਵਾਂ 'ਤੇ ਜਾਵੇ, ਠੀਕ ਹੈ, ਤਾਂ ਉਸਨੂੰ ਕਿਸੇ ਵੀ ਆਧਾਰ 'ਤੇ, ਚਾਹੇ ਉਹ ਕੋਈ ਧਰਮ ਹੋਵੇ, ਜਾਤੀ ਹੋਵੇ, ਭਾਸ਼ਾ ਹੋਵੇ, ਠੀਕ ਹੈ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਤਾਂ ਸੰਵਿਧਾਨ ਦੇ ਵਿੱਚ ਜਿਹੜਾ ਇਹ ਪਾਬੰਦ ਕੀਤਾ ਗਿਆ ਹੈ, ਇਹ ਸਮਾਨਤਾ ਲਿਆਉਣ ਦੇ ਲਈ ਕੀਤਾ ਗਿਆ ਹੈ, ਠੀਕ ਹੈ, ਤਾਂ ਕਿ ਕਿਸੇ ਵਿਅਕਤੀ ਨੂੰ ਜਿਹੜਾ ਆਪਣੇ ਦੇਸ਼ ਦੇ ਵਿੱਚ ਰਹਿਣ ਦੇ ਵਿੱਚ ਦਿੱਕਤ ਨਾ ਹੋਵੇ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅਨੁਛੇਦ ਨੰਬਰ 16, ਤਾਂ ਉਸ ਦੇ ਵਿੱਚ ਆਪਾਂ ਨੂੰ ਪਤਾ ਹੈ ਅਵਸਰ ਜਾਂ ਮੌਕੇ ਦੀ ਸਮਾਨਤਾ, ਠੀਕ ਹੈ। ਇਸ ਦੇ ਅੰਤਰਗਤ ਕੀ ਹੁੰਦਾ ਹੈ? ਇਹ ਅਧਿਕਾਰ ਜਿਹੜਾ ਇਕਹਿਰੀ ਨਾਗਰਿਕਤਾ ਦਾ ਪ੍ਰਗਟਾਵਾ ਕਰਦਾ ਹੈ। ਕਿਉਂ ਕਰਦਾ ਇਹ ਮੈਂ ਤੁਹਾਨੂੰ ਅੱਗੇ ਦੱਸਾਂਗੀ, ਠੀਕ ਹੈ। ਪਹਿਲਾਂ ਤੁਸੀਂ ਅਵਸਰ ਜਾਂ ਮੌਕੇ ਦੀ ਸਮਾਨਤਾ ਨੂੰ ਪ੍ਰੋਪਰ ਸਮਝ ਲਓ। ਦੇਖੋ, ਅਵਸਰ ਜਾਂ ਮੌਕੇ ਦੀ ਸਮਾਨਤਾ ਦਾ ਮਤਲਬ ਕੀ ਹੁੰਦਾ ਹੈ ਕਿ ਭਾਰਤ ਦੇ ਜਿੰਨੇ ਵੀ ਨਾਗਰਿਕ ਨੇ, ਠੀਕ ਹੈ, ਸਾਰਿਆਂ ਨੂੰ ਸਰਕਾਰੀ ਜਿਹੜੀ ਨੌਕਰੀਆਂ ਨੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਉਚਿਤ ਯੋਗਤਾ ਹੋਵੇ ਜੇਕਰ, ਤਾਂ ਉਹਨਾਂ ਨੂੰ ਬਰਾਬਰ ਮੌਕੇ ਦੇਣੇ ਚਾਹੀਦੇ ਨੇ, ਠੀਕ ਹੈ। ਕਿਸੇ ਵੀ ਨਾਗਰਿਕ ਨੂੰ ਧਰਮ, ਜਾਤੀ, ਨਸਲ ਦੇ ਆਧਾਰ 'ਤੇ ਕੋਈ ਵੀ ਸਰਕਾਰੀ ਅਹੁਦਾ ਪ੍ਰਾਪਤ ਕਰਨ ਦੇ ਲਈ ਆਪਾਂ ਅਯੋਗ ਨਹੀਂ ਕਹਿ ਸਕਦੇ, ਠੀਕ ਹੈ, ਉਸਨੂੰ। ਤਾਂ ਇਸ ਕਰਕੇ ਇਹ ਜਿਹੜਾ ਅਧਿਕਾਰ ਹੈ ਇਕਹਿਰੀ ਨਾਗਰਿਕਤਾ ਨੂੰ ਪ੍ਰਗਟਾਵਾ ਕਰਦਾ ਹੈ, ਕਿਉਂਕਿ ਇਹ ਅਧਿਕਾਰ ਜਿਹੜਾ ਹੈ ਉਹ ਮੋਸਟਲੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਆਪਣੀ ਕੰਟਰੀ ਦੇ ਲੋਕ ਹੋਣਗੇ ਸਿਰਫ ਉਹਨਾਂ ਨੂੰ ਮਿਲੇਗਾ, ਠੀਕ ਹੈ। ਤਾਂ ਇਸ ਕਰਕੇ ਇਸਨੂੰ ਅਵਸਰ ਜਾਂ ਮੌਕੇ ਦੀ ਸਮਾਨਤਾ ਕਰਕੇ ਇਹਨੂੰ ਇਕਹਿਰੀ ਨਾਗਰਿਕਤਾ ਦਾ ਕਹਿ ਦਿੰਦੇ ਨੇ ਕਿ ਇਹ ਪ੍ਰਗਟਾਵਾ ਕਰਦਾ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਨੈਕਸਟ ਦੀ ਛੂਆ-ਛਾਤ ਵਿਰੁੱਧ ਅਧਿਕਾਰ, ਤਾਂ ਇਸ ਅਧੀਨ ਕੀ ਹੁੰਦਾ ਹੈ? ਜਿੱਦਾਂ ਆਪਾਂ ਨੂੰ ਪਤਾ ਆਪਣਾ ਭਾਰਤ ਜਿਹੜਾ ਬਹੁਤ ਸਮੇਂ ਤੋਂ, ਠੀਕ ਹੈ, ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਲੈ ਕੇ ਚੱਲਿਆ ਆ ਰਿਹਾ ਹੈ, ਠੀਕ ਹੈ। ਤਾਂ ਕਈ ਆਪਾਂ ਨੂੰ ਪਤਾ ਹੈ ਪੁਰਾਣੇ ਸਮੇਂ ਦੇ ਵਿੱਚ ਛੂਆ-ਛਾਤ ਨੂੰ ਲੈ ਕੇ ਲੋਕ ਬਹੁਤ ਇੱਦਾਂ ਸੀਗੇ ਕਿ ਉਹਨਾਂ ਨੂੰ ਨੌਲੇਜ ਨਹੀਂ ਸੀਗੀ, ਠੀਕ ਹੈ, ਉਹ ਛੂਆ-ਛਾਤ ਫੈਲਾਉਂਦੇ ਸਨ, ਠੀਕ ਹੈ। ਤਾਂ ਹੁਣ ਜਿਹੜਾ ਇਹ ਚੀਜ਼ ਦੇ ਅੰਦਰ ਹੈ, ਜੇਕਰ ਕੋਈ ਛੂਆ-ਛੂਤ ਵਿਰੁੱਧ ਕੋਈ ਇਹੋ ਜਿਹਾ ਕੰਮ ਕਰਦਾ ਹੈ ਨਾ, ਤਾਂ ਉਸਨੂੰ ਸਜ਼ਾ ਦਿੱਤੀ ਜਾਂਦੀ ਹੈ ਜੇਕਰ ਛੂਆ-ਛਾਤ ਦੀ ਰਿਲੇਟਡ ਕੋਈ ਇਹੋ ਜਿਹਾ ਨੁਕਸ ਦੇਖਣ ਨੂੰ ਮਿਲੇ। ਤਾਂ ਇਸ ਕਰਕੇ ਜਿਹੜਾ ਕਾਨੂੰਨ ਅਨੁਸਾਰ ਇਸ ਬੁਰਾਈ ਨੂੰ ਖਤਮ ਕਰਨ ਦੇ ਲਈ ਜਿਹੜਾ ਇੱਕ ਅਲੱਗ ਤੋਂ ਅਧਿਕਾਰ ਬਣਾ ਦਿੱਤਾ ਗਿਆ, ਜਿਸ ਨੂੰ ਕਿ ਛੂਆ-ਛਾਤ ਵਿਰੁੱਧ ਅਧਿਕਾਰ ਕਹਿੰਦੇ ਨੇ, ਠੀਕ ਹੈ। ਤਾਂ ਕਿ ਜਿੰਨੇ ਵੀ ਆਪਣੇ ਸਮਾਜ ਦੇ ਵਿੱਚ ਭੈੜੇ ਵਿਵਹਾਰ ਦੇ ਲੋਕ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ, ਠੀਕ ਹੈ। ਤਾਂ ਨੈਕਸਟ ਦੇਖਦੇ ਹਾਂ 18ਵਾਂ, ਇਸ ਦੇ ਵਿੱਚ ਹੈ ਖਿਤਾਬਾਂ ਦਾ ਖਾਤਮਾ। ਖਿਤਾਬਾਂ ਦਾ ਖਾਤਮਾ ਦੇਖੋ ਕੀ ਹੁੰਦਾ ਹੈ? ਇਸ ਅਨੁਛੇਦ ਦੇ ਅਧੀਨ ਜਿੰਨੇ ਵੀ ਆਪਣੇ ਅੱਗੇ ਜਿੰਨੇ ਵੀ ਅੰਗਰੇਜ਼ਾਂ ਦੁਆਰਾ ਖਿਤਾਬ ਦਿੱਤੇ ਜਾਂਦੇ ਸੀ, ਠੀਕ ਹੈ, ਤਾਂ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ, ਠੀਕ ਹੈ। ਇਸ ਅਧਿਕਾਰ ਦੇ ਅਧੀਨ ਹੁਣ ਕੇਵਲ ਕਿਹੜੇ ਦਿੱਤੇ ਜਾਂਦੇ ਨੇ? ਸੈਨਿਕ ਤੇ ਵਿਦਿਅਕ ਖਿਤਾਬ, ਠੀਕ ਹੈ। ਇਹਨਾਂ ਤੋਂ ਇਲਾਵਾ ਹੋਰ ਕੋਈ ਖਿਤਾਬ ਨਹੀਂ ਦਿੱਤਾ ਜਾਂਦਾ ਹੈਗਾ, ਸਿਰਫ ਸੈਨਿਕ ਜਾਂ ਵਿਦਿਅਕ ਖਿਤਾਬ ਦਿੱਤੇ ਜਾਂਦੇ ਨੇ, ਜਿਹੜਾ ਕਿ 18ਵਾਂ ਆਰਟੀਕਲ ਹੈ ਆਪਣਾ। ਉਹ ਵੀ ਕੌਣ ਦਿੰਦਾ ਹੈ? ਆਪਣਾ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੈ। ਜਿੱਦਾਂ ਇਹਨਾਂ ਸਨਮਾਨਾਂ ਦੇ ਵਿੱਚ ਕਿਹੜੇ ਹੋ ਗਏ? ਭਾਰਤ ਰਤਨ ਹੋ ਗਿਆ, ਪਦਮ ਵਿਭੂਸ਼ਣ ਹੋ ਗਿਆ, ਹੈ ਨਾ, ਪਦਮ ਸ਼੍ਰੀ ਹੋ ਗਿਆ। ਤਾਂ ਇਹ ਜਿਹੜੇ ਅਵਾਰਡ ਨੇ ਇਹ ਦਿੱਤੇ ਜਾਂਦੇ ਨੇ। ਲੇਕਿਨ ਜਿੰਨੇ ਵੀ ਵਿਦਿਅਕ ਆਪਣੇ ਜਿਹੜੇ ਬਾਹਰਲੇ ਦੇਸ਼ਾਂ ਦੇ ਹੁੰਦੇ ਨੇ, ਠੀਕ ਹੈ, ਬਾਹਰੀ ਅੰਗਰੇਜ਼ਾਂ ਦੁਆਰਾ ਦਿੱਤੇ ਜਾਂਦੇ ਨੇ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਨੇ ਕੀ ਦੇਖਿਆ? ਸਮਾਨਤਾ ਦਾ ਅਧਿਕਾਰ 14 ਤੋਂ ਲੈ ਕੇ 18 ਤੱਕ, ਠੀਕ ਹੈ। 14 ਤੋਂ 18 ਤੱਕ ਜਿੰਨੇ ਵੀ ਹੈਗੇ ਨੇ ਇਹਨੂੰ ਲਾਈਨ ਵਾਈਜ਼ ਲਰਨ ਕਰਨਾ ਹੈ, ਠੀਕ ਹੈ। ਕਿੱਦਾਂ ਲਰਨ ਹੋਣਗੇ? ਦੇਖੋ, ਸਾਰੇ ਵਿਅਕਤੀ ਜਿਹੜੇ ਨੇ ਕਾਨੂੰਨ ਸਾਹਮਣੇ ਸਮਾਨ ਨੇ ਸਭ ਤੋਂ ਪਹਿਲਾਂ, ਠੀਕ ਹੈ। ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਹੈਗਾ। ਫਿਰ ਉਹਨਾਂ ਨੂੰ ਬਰਾਬਰ ਮੌਕੇ ਦੇਣੇ ਨੇ, ਠੀਕ ਹੈ। ਜਦੋਂ ਮੌਕੇ ਮਿਲਣਗੇ ਤਾਂ ਛੂਆ-ਛੂਤ ਖਤਮ ਹੋਏਗੀ, ਠੀਕ ਹੈ। ਫਿਰ ਕੀ ਕਰਨਾ ਹੈ? ਜਿਹੜੇ ਫਾਲਤੂ ਦੇ ਅਵਾਰਡ ਨੇ ਉਹਨਾਂ ਨੂੰ ਖਤਮ ਕਰ ਦੇਣਾ ਹੈ। ਸਿੰਪਲ, ਬਸ ਜਸਟ ਤੁਸੀਂ ਇੱਕ ਸਟੋਰੀ ਬਣਾਉਣੀ ਹੈ ਆਪਣੇ ਮਾਈਂਡ ਦੇ ਵਿੱਚ। ਤੁਹਾਨੂੰ ਇਹ ਜਿਹੜੇ ਅਧਿਕਾਰ ਨੇ ਮਿੰਟਾਂ ਦੇ ਵਿੱਚ ਤੁਹਾਨੂੰ ਜਿਹੜੇ ਨੇ ਯਾਦ ਹੋ ਜਾਣਗੇ, ਠੀਕ ਹੈ, ਜੇਕਰ ਤੁਸੀਂ ਇੱਕ ਸਟੋਰੀ ਬਣਾ ਕੇ ਇਮੈਜੀਨੇਸ਼ਨ ਕਰਕੇ ਇਹਨਾਂ ਨੂੰ ਯਾਦ ਕਰਦੇ ਹੋ। ਤਾਂ ਇਹ ਹੈਗੇ ਸੀਗੇ ਜੀ ਆਪਣੇ ਸਮਾਨਤਾ ਦਾ ਅਧਿਕਾਰ 14 ਤੋਂ 18 ਤੱਕ, ਠੀਕ ਹੈ। ਜਦੋਂ ਮੈਂ ਟੈਸਟ ਲਵਾਂਗੀ ਫਿਰ ਮੈਂ ਪੁੱਛਾਂਗੀ ਕਿ ਅਨੁਛੇਦ 16 ਦੇ ਵਿੱਚ ਕੀ ਸੀ, ਅਨੁਛੇਦ 18 ਦੇ ਵਿੱਚ ਕੀ ਸੀ। ਤਾਂ ਇਸ ਕਰਕੇ ਸਾਰਿਆਂ ਨੂੰ ਤੁਸੀਂ ਪੁਆਇੰਟ ਵਾਈਜ਼ ਪੁਆਇੰਟ ਯਾਦ ਕਰਨਾ ਹੈ, ਠੀਕ ਹੈ। ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਸੈਕਿੰਡ ਅਧਿਕਾਰ ਦੀ। ਸੈਕਿੰਡ ਅਧਿਕਾਰ ਕਿਹੜਾ ਹੈ? ਆਪਣਾ ਸੁਤੰਤਰਤਾ ਦਾ ਅਧਿਕਾਰ। ਆਪਾਂ ਨੇ ਹੁਣ ਤੱਕ ਪੜ੍ਹੇ ਨੇ 14 ਤੋਂ 18, ਹੁਣ ਆਪਾਂ ਪੜ੍ਹਾਂਗੇ 19 ਤੋਂ 22, ਠੀਕ ਹੈ। 19 ਤੋਂ 22 ਦੇ ਵਿੱਚ ਆਪਣੇ ਕੋਲ ਹੈਗਾ, ਠੀਕ ਹੈ। 19 ਤੋਂ 22 ਤੱਕ ਹੁਣ ਆਪਾਂ ਕਰਾਂਗੇ ਸੁਤੰਤਰਤਾ ਦਾ ਅਧਿਕਾਰ, ਜਿਸ ਨੂੰ ਆਜ਼ਾਦੀ ਦਾ ਅਧਿਕਾਰ ਕਹਿੰਦੇ ਨੇ। ਇਸ ਅਧਿਕਾਰ ਦੇ ਅਧੀਨ 6 ਪ੍ਰਕਾਰ ਦੀਆਂ ਆਪਾਂ ਨੂੰ ਆਜ਼ਾਦੀਆਂ ਮਿਲਦੀਆਂ ਨੇ, ਠੀਕ ਹੈ। ਕਿਹੜੀਆਂ ਮਿਲਦੀਆਂ ਨੇ? ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 19 ਅਨੁਛੇਦ ਦੀ, ਠੀਕ ਹੈ। ਜਿੱਦਾਂ ਤੁਹਾਨੂੰ ਪਤਾ 19 ਤੋਂ 22 ਦੀ ਗੱਲ ਕਰ ਰਹੀ ਹਾਂ ਮੈਂ। ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਅਨੁਛੇਦ ਨੰਬਰ 19 ਦੀ, ਜਿਹਦੇ ਵਿੱਚ ਕਿ ਸਭ ਤੋਂ ਪਹਿਲਾਂ ਜਿਹੜੀ ਆਪਾਂ ਨੂੰ ਆਜ਼ਾਦੀ ਮਿਲੀ ਹੈ ਉਹ ਮਿਲੀ ਹੈ ਜੀ ਵਿਚਾਰ ਪ੍ਰਗਟਾਉਣ ਅਤੇ ਭਾਸ਼ਣ ਦੇਣ ਦੀ ਸੁਤੰਤਰਤਾ, ਠੀਕ ਹੈ। ਕਿ ਆਪਾਂ ਕੋਈ ਵੀ ਵਿਚਾਰ ਆਪਣਾ ਕਿਸੇ ਤਰ੍ਹਾਂ ਵੀ ਪ੍ਰਗਟਾ ਸਕਦੇ ਹਾਂ, ਆਪਾਂ ਭਾਸ਼ਣ ਵੀ ਦੇ ਸਕਦੇ ਹਾਂ, ਠੀਕ ਹੈ। ਇਹ ਪੂਰੀ ਆਜ਼ਾਦੀ ਹੈ। ਸੈਕਿੰਡ ਹੈ ਬਿਨਾਂ ਹਥਿਆਰਾਂ ਤੋਂ ਇਕੱਠੇ ਹੋਣ ਦੀ ਆਜ਼ਾਦੀ, ਠੀਕ ਹੈ। ਭਾਰਤ ਵਿੱਚ ਘੁੰਮਣ ਫਿਰਨ ਦੀ ਆਜ਼ਾਦੀ, ਸੰਘ ਅਤੇ ਯੂਨੀਅਨ ਬਣਾਉਣ ਦੀ ਆਜ਼ਾਦੀ, ਠੀਕ ਹੈ। ਦੇਸ਼ ਦੇ ਕਿਸੇ ਵੀ ਭਾਗ ਦੇ ਵਿੱਚ ਨਿਵਾਸ ਸਥਾਨ ਦੀ ਆਜ਼ਾਦੀ, ਅਤੇ ਜਾਂ ਫਿਰ ਕੋਈ ਵੀ ਕਿੱਤਾ ਕਰਨਾ, ਕੋਈ ਵੀ ਵਪਾਰ ਜਾਂ ਧੰਦਾ ਕਰਨ ਦੀ ਆਜ਼ਾਦੀ,
ਠੀਕ ਹੈ। ਇਸਨੂੰ ਯਾਦ ਕਿੱਦਾਂ ਕਰਨਾ ਹੈ, ਤਾਂ ਦੇਖੋ ਤੁਸੀਂ ਆਪਣੇ ਮਾਈਂਡ ਦੇ ਵਿੱਚ ਇੱਕ ਇਮੈਜਿਨ ਕਰੋ। ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ, ਆਪਣਾ ਵਿਚਾਰ ਪ੍ਰਗਟਾਓਗੇ। ਤੁਹਾਡੇ ਮਨ ਦੇ ਵਿੱਚ ਕੋਈ ਆਈਡੀਆ ਆ ਰਿਹਾ ਹੈ, ਤੁਸੀਂ ਆਪਣਾ ਆਈਡੀਆ ਲੈ ਕੇ ਭਾਸ਼ਣ ਦਿਓਗੇ ਲੋਕਾਂ ਨੂੰ। ਠੀਕ ਹੈ। ਫਿਰ ਤੁਸੀਂ ਕੀ ਕਰੋਗੇ, ਬਿਨਾਂ ਹਥਿਆਰਾਂ ਤੋਂ ਇਕੱਠੇ ਹੋ ਕੇ ਭਾਸ਼ਣ ਦੇ ਥਰੂ। ਠੀਕ ਹੈ। ਫਿਰ ਤੁਸੀਂ ਭਾਰਤ ਦੇ ਵਿੱਚ ਪੂਰਾ ਘੁੰਮੋ ਫਿਰੋਗੇ। ਠੀਕ ਹੈ। ਉਸ ਤੋਂ ਬਾਅਦ ਕੀ ਕਰੋਗੇ, ਤੁਸੀਂ ਆਪਣੀ ਯੂਨੀਅਨ ਬਣਾ ਲਓਗੇ। ਉਸ ਤੋਂ ਬਾਅਦ ਆਪਣਾ ਜਿਹੜਾ ਯੂਨੀਅਨ ਬਣਾ ਕੇ ਇੱਕ ਜਗ੍ਹਾ ਨਿਵਾਸ ਸਥਾਨ ਹੋ ਜਾਏਗਾ। ਫਿਰ ਨਿਵਾਸ ਸਥਾਨ ਕਰਕੇ ਆਪਾਂ ਕੀ ਕਰਾਂਗੇ, ਕੋਈ ਨਾ ਕੋਈ ਵਪਾਰ ਜਿਹੜਾ ਸ਼ੁਰੂ ਕਰ ਦਾਂਗੇ। ਠੀਕ ਹੈ। ਵੈਰੀ ਈਜ਼ੀ। ਜੇਕਰ ਤੁਸੀਂ ਸਟੋਰੀ ਬਣਾਓਗੇ ਤਾਂ ਬਹੁਤ ਜਲਦੀ ਯਾਦ ਹੋ ਜਾਣਗੇ। ਜੇਕਰ ਤੁਹਾਨੂੰ ਸਿੰਪਲ ਹੀ ਯਾਦ ਹੁੰਦੇ ਨੇ ਤਾਂ ਤੁਸੀਂ ਸਿੰਪਲ ਕਰ ਸਕਦੇ ਹੋ। ਠੀਕ ਹੈ। ਸਭ ਤੋਂ ਪਹਿਲਾਂ ਵਿਚਾਰ ਪ੍ਰਗਟਾ ਸਕਦੇ ਆ, ਬਿਨਾਂ ਹਥਿਆਰਾਂ ਤੋਂ ਇਕੱਠੇ ਹੋਣਾ, ਘੁੰਮਣ ਫਿਰਨਾ। ਠੀਕ ਹੈ। ਯੂਨੀਅਨ ਬਣਾਉਣੀ, ਕਿਸੇ ਵੀ ਨਿਵਾਸ ਸਥਾਨ ਦੇ ਵਿੱਚ ਆਜ਼ਾਦੀ। ਠੀਕ ਹੈ। ਕੋਈ ਵੀ ਭਾਗ ਦੇ ਵਿੱਚ, ਜਾਂ ਫਿਰ ਕੋਈ ਵੀ ਵਪਾਰ ਕਰਨਾ। ਠੀਕ ਹੈ। ਤਾਂ ਇਹ ਹੈਗਾ ਸੀਗਾ ਜੀ ਅਨੁਛੇਦ 19 ਦੇ ਅੰਡਰ। ਠੀਕ ਹੈ। ਆਰਟੀਕਲ ਨੰਬਰ 19। ਉਸ ਤੋਂ ਬਾਅਦ ਗੱਲ ਕਰੀਏ ਅਨੁਛੇਦ ਨੰਬਰ 20। ਅਨੁਛੇਦ ਨੰਬਰ 20 ਕਿਹਨਾਂ ਦੇ ਸੰਬੰਧਿਤ ਹੈ, ਤਾਂ ਇਹ ਹੈਗਾ ਜੀ ਅਪਰਾਧੀਆਂ ਦੇ ਸੰਬੰਧੀ। ਠੀਕ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਹਨਾਂ ਨੂੰ 3 ਅਧਿਕਾਰ ਦਿੱਤੇ ਗਏ ਨੇ ਅਪਰਾਧੀਆਂ ਨੂੰ। ਕਿਹੜੇ ਅਨੁਛੇਦ ਦੇ ਅੰਡਰ ਨੇ, ਅਨੁਛੇਦ ਨੰਬਰ 20 ਦੇ ਅੰਡਰ। ਠੀਕ ਹੈ। ਪਹਿਲਾ ਹੈਗਾ, ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੋ ਕਾਨੂੰਨ ਅਪਰਾਧ ਉਸ ਸਮੇਂ ਲਾਗੂ ਨਹੀਂ ਸੀ। ਮਤਲਬ ਕੋਈ ਵੀ ਵਿਅਕਤੀ ਹੈ, ਜੇਕਰ ਉਸਨੂੰ ਉਸ ਚੀਜ਼ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਠੀਕ ਹੈ। ਜਿਹੜਾ ਕਿ ਕਾਨੂੰਨ ਉਸ ਸਮੇਂ ਲਾਗੂ ਨਹੀਂ ਸੀ ਜਦੋਂ ਉਸਨੇ ਉਹ ਅਪਰਾਧ ਕਰਿਆ ਸੀ। ਠੀਕ ਹੈ। ਤਾਂ ਅਪਰਾਧੀਆਂ ਨੂੰ ਸਭ ਤੋਂ ਪਹਿਲਾਂ ਇਹ ਵਾਲਾ ਅਧਿਕਾਰ ਜਿਹੜਾ ਮਿਲਦਾ ਹੈ। ਉਸ ਤੋਂ ਬਾਅਦ ਗੱਲ ਕਰੀਏ, ਕਿਸੇ ਵਿਅਕਤੀ ਨੂੰ ਇੱਕ ਅਪਰਾਧ ਦੀ ਇੱਕ ਤੋਂ ਵੱਧ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਬਿਲਕੁਲ, ਜੇਕਰ ਇੱਕ ਅਪਰਾਧ ਦੀ ਆਪਾਂ ਨੇ ਇੱਕ ਵਾਰੀ ਸਜ਼ਾ ਦੇ ਚੁੱਕੇ ਤਾਂ ਦੂਜੀ ਵਾਰ ਉਸਨੂੰ ਸਜ਼ਾ ਇੱਕ ਹੀ ਅਪਰਾਧ ਦੀ ਨਹੀਂ ਦਿੱਤੀ ਜਾ ਸਕਦੀ। ਠੀਕ ਹੈ। ਜੇਕਰ ਉਹ ਸੈਕਿੰਡ ਅਪਰਾਧ ਕਰਦਾ ਹੈ ਫਿਰ ਤਾਂ ਆਪਾਂ ਸੈਕਿੰਡ ਸਜ਼ਾ ਦੇ ਸਕਦੇ ਹਾਂ। ਠੀਕ ਹੈ। ਲੇਕਿਨ ਜਦੋਂ ਉਸਨੇ ਇੱਕ ਅਪਰਾਧ ਦੀ, ਆਪਾਂ ਉਸਨੂੰ ਇੱਕ ਤੋਂ ਵੱਧ ਵਾਰ ਨਹੀਂ ਦੇ ਸਕਦੇ। ਠੀਕ ਹੈ। ਨੈਕਸਟ ਹੈ, ਅਪਰਾਧੀ ਨੂੰ ਖੁਦ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਠੀਕ ਹੈ। ਮਤਲਬ ਕਿ ਉਸਨੂੰ ਮੈਂਟਲ ਹਰਾਸਮੈਂਟ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਉਹਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੇ ਵਿਰੁੱਧ ਗਵਾਹੀ ਦੇਵੇ। ਠੀਕ ਹੈ। ਤਾਂ ਅਨੁਛੇਦ 14 ਤੋਂ 18 ਤੱਕ ਕੀ ਸੀ, ਆਜ਼ਾਦੀ ਦਾ ਅਧਿਕਾਰ। ਠੀਕ ਹੈ। ਸਮਾਨਤਾ ਦਾ ਅਧਿਕਾਰ, ਸੋਰੀ। ਠੀਕ ਹੈ। ਉਸ ਤੋਂ ਬਾਅਦ 19 ਤੋਂ 22 ਕੀ ਹੈ, ਆਜ਼ਾਦੀ ਦਾ ਅਧਿਕਾਰ, ਜਿਹਦੇ ਵਿੱਚ ਕਿ ਆਪਾਂ ਨੇ 19 ਵਾਲਾ ਪੜ੍ਹ ਲਿਆ ਤੇ 20 ਵਾਲਾ ਪੜ੍ਹ ਲਿਆ। ਹੁਣ ਆਪਾਂ ਨੇ ਪੜ੍ਹਨਾ 21 ਵਾਲਾ। ਠੀਕ ਹੈ। ਅਨੁਛੇਦ ਨੰਬਰ 21, ਆਰਟੀਕਲ ਨੰਬਰ 21। ਇਹ ਆਰਟੀਕਲ ਨੰਬਰ 21 ਕਾਹਦਾ ਹੈ, ਇਹ ਹੈਗਾ ਜੀ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਾਇਬਿਲਿਟੀ। ਠੀਕ ਹੈ। ਆਪਾਂ ਇਸਨੂੰ ਥੋੜ੍ਹਾ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਅੱਗੇ। ਦੇਖੋ ਅਨੁਛੇਦ 21 ਦੇ ਵਿੱਚ ਕੀ ਹੈ, ਕਾਨੂੰਨ ਦੁਆਰਾ ਸਥਾਪਿਤ ਵਿਧੀ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਉਸਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਤੋਂ ਵਾਝਿਆ ਨਹੀਂ ਕੀਤਾ ਜਾ ਸਕਦਾ। ਮਤਲਬ ਕਿ ਵਿਅਕਤੀ ਨੂੰ ਕੀ ਕਰਨਾ ਹੈ, ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦਾ, ਠੀਕ ਹੈ, ਵਿਅਕਤੀ ਜਿਹੜਾ ਆਪਣੇ ਪੱਖੋਂ ਜਿਹੜਾ ਵਿਅਕਤੀਗਤ ਸੁਤੰਤਰਤਾ, ਜਿਹਨੂੰ ਕਹਿ ਦਿੰਦੇ ਨੇ ਕਿ ਆਪਣੇ ਆਪ ਦੇ ਵਿੱਚ ਉਹ ਸੁਤੰਤਰ ਹੈ। ਠੀਕ ਹੈ। ਉਹਨੂੰ ਕਿਸੇ ਪ੍ਰਕਾਰ ਦਾ, ਉਹਨੂੰ ਆਪਾਂ ਕਿਸੇ ਤਰ੍ਹਾਂ ਦਾ ਦਬਾਅ ਦੇ ਅਧੀਨ ਨਹੀਂ ਰੱਖ ਸਕਦੇ। ਠੀਕ ਹੈ। ਉਸਨੂੰ ਆਪਣੀ ਆਜ਼ਾਦੀ ਮਾਣਨ ਦੇਣੀ ਚਾਹੀਦੀ ਹੈ। ਆਪਾਂ ਉਸ 'ਤੇ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਲਗਾ ਸਕਦੇ। ਠੀਕ ਹੈ। ਮਤਲਬ ਕਿ ਉਸਦੀ ਜਿਹੜੀ ਲਾਈਫ ਹੈ ਉਹ ਪ੍ਰੋਟੈਕਟਿਡ ਹੈ, ਬਸ ਇੱਦਾਂ ਕਹਿ ਸਕਦੇ ਹਾਂ। ਠੀਕ ਹੈ। ਉਸਨੂੰ ਪਰਸਨਲ ਆਜ਼ਾਦੀ ਹੈ, ਉਹ ਕੁਛ ਮਰਜ਼ੀ ਕਰੇ, ਆਪਾਂ ਉਸਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਕਾਨੂੰਨ ਦੇ ਅਕੋਰਡਿੰਗ। ਠੀਕ ਹੈ। ਤਾਂ ਇਹ ਜਿਹੜਾ ਅਨੁਛੇਦ 21 ਹੈ, ਇਸ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਕਿ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਠੀਕ ਹੈ। ਤਾਂ ਇਸ ਅਨੁਛੇਦ ਦੇ ਅੰਡਰ ਇੱਕ ਹੋਰ ਅਨੁਛੇਦ ਹੈ ਜਿਸ ਨੂੰ ਕਿ ਨੰਬਰ ਦਿੱਤਾ ਗਿਆ 21A, 21A। ਠੀਕ ਹੈ। ਤਾਂ ਇਸ ਦੇ ਵਿੱਚ ਕੀ ਹੈ, ਇਸ ਦੇ ਵਿੱਚ 2002 ਦੇ ਵਿੱਚ 86ਵੀਂ ਸੋਧ ਦੁਆਰਾ ਮੁਫਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਸੀ। ਠੀਕ ਹੈ। ਰਾਈਟ ਟੂ ਐਜੂਕੇਸ਼ਨ ਜਿਸ ਨੂੰ ਕਹਿੰਦੇ ਨੇ, ਇਹੀ ਹੈ ਉਹ। ਇਸ ਦੇ ਅਧੀਨ 6 ਤੋਂ 14 ਸਾਲ ਦੇ ਜਿੰਨੇ ਵੀ ਬੱਚੇ ਨੇ ਉਹਨਾਂ ਨੂੰ ਜ਼ਰੂਰੀ ਅਤੇ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਠੀਕ ਹੈ। ਜੇਕਰ ਗੱਲ ਕਰੀਏ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ 6 ਤੋਂ 14 ਸਾਲ ਦੇ ਬੱਚੇ ਨੇ ਉਹਨਾਂ ਨੂੰ ਜਿਹੜੀ ਮੁਫਤ ਸਿੱਖਿਆ ਮਿਲ ਰਹੀ ਹੈ, ਉਹ ਕਿਹੜੇ ਐਕਟ ਦੇ ਅਧੀਨ, ਕਿਹੜੇ ਅਧਿਕਾਰ ਅਧੀਨ ਮਿਲ ਰਹੀ ਹੈ, ਤਾਂ ਉਹ ਮਿਲ ਰਹੀ ਹੈ ਜੀ ਰਾਈਟ ਟੂ ਐਜੂਕੇਸ਼ਨ ਦੇ ਅੰਡਰ। ਠੀਕ ਹੈ। ਜਿਹੜਾ ਕਿ ਆਰਟੀਕਲ ਨੰਬਰ 21A ਦੇ ਅੰਡਰ ਆਉਂਦਾ ਹੈ, ਉਸ ਦੇ ਅੰਡਰ ਜਿਹੜੀ ਹੈ ਬੱਚਿਆਂ ਨੂੰ ਰਾਈਟ ਟੂ ਐਜੂਕੇਸ਼ਨ ਦਾ ਜਿਹੜਾ ਅਧਿਕਾਰ ਹੈ ਉਹ ਮਿਲਿਆ ਹੋਇਆ ਹੈ। ਠੀਕ ਹੈ। ਤਾਂ ਇਹ ਹੈਗਾ ਸੀ ਜੀ ਅਨੁਛੇਦ ਨੰਬਰ 21। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਅਨੁਛੇਦ ਨੰਬਰ 22। ਠੀਕ ਹੈ। ਕੈਦੀਆਂ ਸੰਬੰਧਿਤ ਅਧਿਕਾਰ। ਤਾਂ ਦੇਖੋ ਆਪਾਂ ਨੇ ਪਹਿਲਾਂ ਕਿਹੜੇ ਪੜ੍ਹੇ ਸੀਗੇ, ਆਪਾਂ ਨੇ ਪੜ੍ਹੇ ਸੀ ਅਪਰਾਧੀਆਂ ਸੰਬੰਧੀ। ਠੀਕ ਹੈ। ਹੁਣ ਆਪਾਂ ਪੜ੍ਹ ਰਹੇ ਹਾਂ ਕੈਦੀਆਂ ਸੰਬੰਧੀ। ਤਾਂ ਕੈਦੀਆਂ ਸੰਬੰਧੀ ਕੈਦੀਆਂ ਨੂੰ ਕਿਹੜੇ ਅਧਿਕਾਰ ਨੇ, ਸਭ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਉਸਦੇ ਅਪਰਾਧ ਤੋਂ ਜਾਣੂ ਕਰਵਾਏ ਬਿਨਾਂ ਬੰਦੀ ਨਹੀਂ ਬਣਾਇਆ ਜਾ ਸਕਦਾ। ਠੀਕ ਹੈ। ਦੇਖੋ ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਮੈਂ ਇੱਥੇ ਕੁਛ ਵਰਡ ਜਿਹੜੇ ਨੇ ਰੈੱਡ ਕਲਰ ਨਾਲ ਅੰਡਰਲਾਈਨ ਕੀਤੇ ਗਏ ਨੇ, ਜਿੱਦਾਂ ਬਿਨਾਂ ਬੰਦੀ ਬਣਾਇਆ ਜਾ ਸਕਦਾ, ਕੈਦ ਕਰਨ, ਇੱਥੇ ਵੀ ਕੈਦ ਕਰਨ। ਮਤਲਬ ਕਿ ਜਿੱਥੇ ਮੈਂ ਇਹ ਡਾਰਕ ਕਰੇ ਨੇ ਉਹ ਸਾਰੇ ਨੇ ਕਾਹਦੇ ਰਿਲੇਟਡ ਨੇ, ਕੈਦੀਆਂ ਸੰਬੰਧੀ ਨੇ। ਠੀਕ ਹੈ। ਤਾਂ ਧਿਆਨ ਨਾਲ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈਗਾ ਕਿ ਕਿਸੇ ਵੀ ਵਿਅਕਤੀ ਨੂੰ ਉਸਦੇ ਅਪਰਾਧ ਤੋਂ ਜਾਣੂ ਕਰਵਾਏ ਬਿਨਾਂ ਬੰਦੀ ਨਹੀਂ ਬਣਾਇਆ ਜਾ ਸਕਦਾ। ਠੀਕ ਹੈ। ਪਹਿਲਾਂ ਉਸਨੂੰ ਉਸਦਾ ਦੋਸ਼ ਦੱਸਣਾ ਹੈ, ਫਿਰ ਆਪਾਂ ਉਸਨੂੰ ਜਿਹੜਾ ਹੈ ਆਪਾਂ ਉਹ ਕਰ ਸਕਦੇ ਹਾਂ। ਠੀਕ ਹੈ। ਕੈਦ ਕਰ ਸਕਦੇ ਹਾਂ ਜਾਂ ਬੰਦੀ ਬਣਾ ਸਕਦੇ ਹਾਂ। ਉਸ ਤੋਂ ਬਾਅਦ ਗੱਲ ਕਰੀਏ ਅਪਰਾਧੀਆਂ ਨੂੰ ਜਿਹੜੇ ਕੈਦ ਕਰਨ ਤੋਂ 24 ਘੰਟਿਆਂ ਦੇ ਅੰਦਰ ਨੇੜੇ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ। ਠੀਕ ਹੈ। ਮਤਲਬ 24 ਘੰਟਿਆਂ ਦੇ ਅੰਦਰ ਉਸਦੀ ਸੁਣਵਾਈ ਜਿਹੜੀ ਹੈ ਕੀਤੀ ਜਾਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਕੈਦੀ ਹੋਵੇ। ਠੀਕ ਹੈ। ਤਾਂ ਉਸ ਤੋਂ ਬਾਅਦ ਗੱਲ ਕਰੀਏ ਅਦਾਲਤ ਦੀ ਆਗਿਆ ਤੋਂ ਬਿਨਾਂ ਕਿਸੇ ਦੋਸ਼ੀ ਨੂੰ 24 ਘੰਟਿਆਂ ਤੋਂ ਵੱਧ ਸਮੇਂ ਦੇ ਲਈ ਕੈਦ 'ਚ ਨਹੀਂ ਰੱਖਿਆ ਜਾ ਸਕਦਾ। ਬਿਲਕੁਲ ਜਿਹੜਾ ਇਹ ਕਹਿ ਰਹੇ ਨੇ ਕਿ 24 ਘੰਟਿਆਂ ਦੇ ਅੰਦਰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਹੈ, ਤਾਂ ਉਹ ਇਸੇ ਕਰਕੇ ਕਹਿ ਰਹੇ ਨੇ। ਠੀਕ ਹੈ। ਕਿ ਜੇਕਰ ਉਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਕੈਦ ਦੇ ਵਿੱਚ ਰੱਖਣ ਦੀ, ਤਾਂ ਹੀ ਉਹ 24 ਘੰਟਿਆਂ ਤੋਂ ਵੱਧ ਜਿਹੜੇ ਨੇ ਕੈਦ ਦੇ ਵਿੱਚ ਰੱਖ ਸਕਦੇ ਨੇ। ਤਾਂ ਇਹ ਜਿਹੜੇ 3 ਅਧਿਕਾਰ ਨੇ ਇਹ ਹੈਗੇ ਨੇ ਜੀ ਕੈਦੀਆਂ ਸੰਬੰਧੀ।
ਠੀਕ ਹੈ, ਜਿੱਦਾਂ ਮੈਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਦੱਸਿਆ ਏ। ਤਾਂ ਇਹ ਹੈਗਾ ਸੀਗਾ ਜੀ ਆਪਣਾ ਦੂਜਾ ਅਧਿਕਾਰ, ਠੀਕ ਹੈ, ਜਿੱਥੇ ਤੱਕ ਆਪਾਂ ਨੇ ਮੋਟਾ ਦੇਖਿਆ ਏ। ਠੀਕ ਹੈ, ਹੁਣ ਆਪਾਂ ਕੀ ਕਰ ਚੁੱਕੇ ਹਾਂ, ਹੁਣ ਆਪਾਂ ਜਿਹੜੇ ਨੇ ਸਮਾਨਤਾ ਦਾ ਅਧਿਕਾਰ ਕਰ ਚੁੱਕੇ ਹਾਂ 14 ਤੋਂ 18 ਤੱਕ, ਠੀਕ ਹੈ। ਉਸ ਤੋਂ ਬਾਅਦ ਸੁਤੰਤਰਤਾ ਦਾ ਅਧਿਕਾਰ ਕਰ ਚੁੱਕੇ ਹਾਂ ਜਿਹੜਾ ਕਿ 19 ਤੋਂ 22 ਤੱਕ ਸੀ, ਠੀਕ ਹੈ। ਹੁਣ ਆਪਾਂ ਅੱਗੇ ਕਰਦੇ ਹਾਂ ਸ਼ੋਸ਼ਣ ਵਿਰੁੱਧ ਅਧਿਕਾਰ। ਨੈਕਸਟ ਹੈ ਸ਼ੋਸ਼ਣ ਵਿਰੁੱਧ ਅਧਿਕਾਰ, ਠੀਕ ਹੈ। ਤਾਂ ਇਹ ਹੈਗਾ ਜੀ ਅਨੁਛੇਦ ਨੰਬਰ 23 ਤੋਂ ਲੈ ਕੇ 24 ਤੱਕ, ਠੀਕ ਹੈ। 23-24 ਜਿਹੜਾ ਹੈ ਸ਼ੋਸ਼ਣ ਵਿਰੁੱਧ ਅਧਿਕਾਰ ਹੈ। ਤਾਂ 23 ਦੇ ਅੰਡਰ ਕੀ ਆਉਂਦਾ ਹੈ, ਇਸ ਦੇ ਅੰਦਰ ਹੈ ਕਿ ਹਰ ਕਿਸਮ ਦਾ ਕੋਈ ਵੀ ਵਿਅਕਤੀ ਹੈ ਜਿਹੜਾ ਕਿ ਮਜ਼ਦੂਰੀ, ਬੇਕਾਰ ਅਤੇ ਮਨੁੱਖਾਂ ਦੇ ਵਪਾਰ ਨੂੰ ਰੋਕਦਾ ਹੈ, ਠੀਕ ਹੈ। ਮਤਲਬ ਕਿ ਆਪਾਂ ਜਿਹੜਾ ਕਹਿ ਸਕਦੇ ਹਾਂ ਉਹ ਹੈਗਾ ਕਿ ਜਿੰਨੇ ਵੀ ਆਪਣੇ ਜਿਹੜੇ ਵਪਾਰ ਹੁੰਦੇ ਨੇ, ਜਿੱਦਾਂ ਆਪਾਂ ਨੂੰ ਪਤਾ ਹੈ ਕਿ ਮਨੁੱਖਾਂ ਨੂੰ ਜਗ੍ਹਾ 'ਤੇ ਕੈਦ ਕਰਕੇ ਵੇਚਿਆ ਜਾ ਸਕਦਾ ਹੈ, ਠੀਕ ਹੈ। ਉਹਨਾਂ ਤੋਂ ਮਜ਼ਦੂਰੀ ਕਰਾਈ ਜਾਂਦੀ ਹੈ ਜ਼ਬਰਦਸਤੀ, ਜਾਂ ਉਹਨਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਾਇਆ ਜਾਂਦਾ ਹੈ ਜਿਹੜਾ ਕਿ ਧੱਕੇ ਨਾਲ ਹੁੰਦਾ ਹੈ, ਠੀਕ ਹੈ। ਤਾਂ ਉਸ ਦੇ ਵਿਰੁੱਧ ਜਿਹੜਾ ਇਹ ਅਧਿਕਾਰ ਹੈ, ਠੀਕ ਹੈ, ਸ਼ੋਸ਼ਣ ਵਿਰੁੱਧ ਅਧਿਕਾਰ, ਕਿ ਕਿਸੇ ਵਿਅਕਤੀ ਦਾ ਜਿਹੜਾ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਪੱਖੋਂ, ਠੀਕ ਹੈ। ਚਾਹੇ ਉਹ ਮਾਨਸਿਕ ਹੋਵੇ, ਚਾਹੇ ਉਹ ਫਿਜ਼ੀਕਲੀ ਹੋਵੇ, ਜਾਂ ਕਿਸੇ ਤਰ੍ਹਾਂ ਵੀ ਹੋਵੇ, ਉਹ ਨਹੀਂ ਕੀਤਾ ਜਾ ਸਕਦਾ। ਜਿਹੜਾ ਇਹ ਅਧਿਕਾਰ ਹੈ ਇਹ ਕਾਹਦੇ ਲਈ ਜ਼ਰੂਰੀ ਹੈ, ਇਹ ਜਿਹੜਾ ਇਹ ਵਿਅਕਤੀਗਤ ਗੌਰਵ ਨੂੰ ਯਕੀਨੀ ਬਣਾਉਂਦਾ ਹੈ, ਠੀਕ ਹੈ। ਜਿਹੜਾ ਆਪਣਾ ਵਿਅਕਤੀਗਤ ਗੌਰਵ ਹੈ ਉਸਨੂੰ ਕਾਇਮ ਕਰਨ ਦੇ ਲਈ ਇਹ ਜਿਹੜਾ ਅਧਿਕਾਰ ਹੈ ਜ਼ਰੂਰੀ ਹੈ, ਠੀਕ ਹੈ। ਕਾਨੂੰਨ ਅਨੁਸਾਰ ਇਹਨਾਂ ਅਪਰਾਧਾਂ ਦੀ ਜਿਹੜੀ ਸਜ਼ਾ ਦਿੱਤੀ ਜਾਏਗੀ ਜੇਕਰ ਕੋਈ ਕਿਸੇ ਤਰ੍ਹਾਂ ਦਾ ਜ਼ਬਰਦਸਤੀ ਕਿਸੇ ਤੋਂ ਵਪਾਰ ਜਾਂ ਕੋਈ ਕੰਮ ਕਰਾਉਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਨੈਕਸਟ ਦੀ ਅਨੁਛੇਦ ਨੰਬਰ 24, ਤਾਂ ਇਹ ਜਿਹੜਾ ਬੱਚਿਆਂ ਦੀ ਸੁਰੱਖਿਆ ਦੇ ਲਈ ਹੈ, ਠੀਕ ਹੈ। ਅਨੁਛੇਦ ਨੰਬਰ 24 ਇਸ ਦੇ ਵਿੱਚ ਕੀ ਹੈ, ਇਸ ਦੇ ਅੰਦਰ ਹੈਗਾ ਕਿ 14 ਸਾਲ ਤੋਂ ਘੱਟ ਬੱਚਿਆਂ ਤੋਂ ਫੈਕਟਰੀਆਂ, ਖਾਣਾ ਜਾਂ ਹੋਰ ਜੋਖਿਮ ਭਰੇ ਸਥਾਨਾਂ 'ਤੇ ਕੰਮ ਲੈਣ ਤੋਂ ਰੋਕ ਲਗਾਈ ਗਈ ਹੈ, ਠੀਕ ਹੈ। ਕਿ ਮਤਲਬ ਕਿ ਕੋਈ ਵੀ ਬੱਚੇ ਨੇ ਜਿਹੜੇ ਕਿ 14 ਸਾਲ ਤੋਂ ਘੱਟ ਉਮਰ ਦੇ ਨੇ, ਠੀਕ ਹੈ, ਉਹਨਾਂ ਤੋਂ ਜ਼ਬਰਦਸਤੀ ਫੈਕਟਰੀਆਂ ਜੋ ਕੋਈ ਹੋਰ ਇਹੋ ਜਿਹੇ ਕੰਮ ਜਿਨ੍ਹਾਂ ਨਾਲ ਕਿ ਉਹਨਾਂ ਨੂੰ ਨੁਕਸਾਨ ਹੋ ਸਕਦਾ ਉਹ ਕੰਮ ਨਹੀਂ ਕਰਾਉਣੇ ਹੈਗੇ, ਠੀਕ ਹੈ, ਬੱਚਿਆਂ ਤੋਂ। ਤਾਂ ਉਸ 'ਤੇ ਜਿਹੜੀ ਰੋਕ ਲਗਾਈ ਗਈ ਹੈ। ਜੇਕਰ ਕੋਈ ਇਹੋ ਜਿਹਾ ਕੰਮ ਕਰਦਾ ਫੜਿਆ ਗਿਆ ਜਾਂ ਕੋਈ ਕਰਾਉਂਦਾ ਫੜਿਆ ਗਿਆ ਤਾਂ ਉਸ 'ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਠੀਕ ਹੈ। ਤਾਂ ਇਹ ਹੈਗਾ ਸੀ ਜੀ ਆਪਣਾ ਤੀਜਾ ਅਧਿਕਾਰ ਜਿਹੜਾ ਕਿ 23 ਤੋਂ 24 ਅਨੁਛੇਦ ਦੇ ਅੰਡਰ ਆਉਂਦਾ ਹੈ, ਜਿਸ ਨੂੰ ਕਿ ਆਪਾਂ ਸ਼ੋਸ਼ਣ ਵਿਰੁੱਧ ਅਧਿਕਾਰ ਕਹਿੰਦੇ ਹਾਂ, ਠੀਕ ਹੈ। ਹੁਣ ਅੱਗੇ ਆ ਗਿਆ ਜੀ ਧਾਰਮਿਕ ਆਜ਼ਾਦੀ ਦਾ ਅਧਿਕਾਰ। ਅਧਿਕਾਰ ਨੰਬਰ 4 ਧਾਰਮਿਕ ਆਜ਼ਾਦੀ ਦਾ ਅਧਿਕਾਰ। ਇਹ ਕਿੱਥੇ ਤੋਂ ਕਿੱਥੇ ਤੱਕ ਹੈ, ਇਹ ਹੈਗਾ ਜੀ ਅਨੁਛੇਦ ਨੰਬਰ 25 ਤੋਂ 28 ਤੱਕ, ਠੀਕ ਹੈ। ਸਭ ਤੋਂ ਪਹਿਲਾਂ ਅਨੁਛੇਦ ਨੰਬਰ 25 ਦੀ ਗੱਲ ਕਰੀਏ ਆਪਾਂ, ਠੀਕ ਹੈ। ਅਨੁਛੇਦ ਨੰਬਰ 25 ਦੇ ਵਿੱਚ ਕੀ ਹੈ ਕਿ ਕੋਈ ਵੀ ਧਰਮ ਨੂੰ ਅਪਣਾਉਣ, ਵਿਸ਼ਵਾਸ ਅਤੇ ਉਪਾਸਨਾ ਦੀ ਆਜ਼ਾਦੀ ਹੈ, ਠੀਕ ਹੈ। ਕਿ ਵਿਅਕਤੀ ਜਿਹੜਾ ਕੋਈ ਵੀ ਵਿਅਕਤੀ ਹੈ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਪਣਾ ਧਰਮ ਨੂੰ ਅਪਣਾ ਸਕਦਾ ਹੈ, ਠੀਕ ਹੈ, ਵਿਸ਼ਵਾਸ ਕਰ ਸਕਦਾ ਕਿਸੇ ਵੀ ਧਰਮ 'ਤੇ, ਉਸਨੂੰ ਹਰੇਕ ਧਰਮ ਦੀ ਜਿਹੜੀ ਆਜ਼ਾਦੀ ਹੈ, ਠੀਕ ਹੈ। ਤਾਂ ਇਹ ਜਿਹੜਾ ਅਨੁਛੇਦ ਹੈ ਇਹ ਧਰਮ ਨਿਰਪੱਖ ਨੂੰ ਵਧਾਵਾ ਦਿੰਦਾ ਹੈ, ਜਿਸ ਨੂੰ ਆਪਾਂ ਕਹਿੰਦੇ ਨੇ ਵਾਧਾ ਕਰਦਾ ਹੈ ਉਸਦੇ ਉਦੇਸ਼ ਦੇ ਵਿੱਚ, ਠੀਕ ਹੈ, ਧਰਮ ਨਿਰਪੱਖ ਦੇ ਉਦੇਸ਼ ਨੂੰ, ਠੀਕ ਹੈ। ਤਾਂ ਕੋਈ ਵੀ ਵਿਅਕਤੀ ਜਿਹੜਾ ਧਰਮ ਕੋਈ ਵੀ ਅਪਣਾ ਸਕਦਾ, ਉਹ ਕਿਹੜੇ ਅਨੁਛੇਦ ਦੇ ਅੰਡਰ ਅਪਣਾ ਸਕਦਾ ਹੈ, ਉਹ ਹੈਗੇ ਜੀ ਅਨੁਛੇਦ ਨੰਬਰ 25, ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ ਅਨੁਛੇਦ ਨੰਬਰ 26, ਤਾਂ ਆਪਣੇ ਧਰਮ ਦਾ ਪ੍ਰਚਾਰ ਕਰਨ, ਧਾਰਮਿਕ ਸੰਸਥਾਵਾਂ ਸਥਾਪਿਤ ਕਰਨ, ਉਸ 'ਚ ਅਚਲ ਸੰਪੱਤੀ ਰੱਖਣ ਅਤੇ ਪ੍ਰਬੰਧ ਕਰਨ ਦੀ ਆਜ਼ਾਦੀ। ਮਤਲਬ ਕਿ ਵਿਅਕਤੀ ਜਿਹੜਾ ਵੀ ਧਰਮ ਅਪਣਾ ਰੱਖਿਆ ਜਿਸਨੇ, ਠੀਕ ਹੈ, ਜਿਹੜਾ ਵੀ ਅਪਣਾ ਰੱਖਿਆ ਉਹਨਾਂ ਨੇ, ਤਾਂ ਉਹ ਉਸਦਾ ਕਿਸੇ ਤਰ੍ਹਾਂ ਦਾ ਵੀ ਪ੍ਰਚਾਰ ਕਰ ਸਕਦੇ ਨੇ, ਠੀਕ ਹੈ। ਉਸਦੇ ਰਿਲੇਟਡ ਕੋਈ ਵੀ ਧਾਰਮਿਕ ਸੰਸਥਾਵਾਂ ਸਥਾਪਿਤ ਕਰ ਸਕਦੇ ਨੇ, ਉਸਦੇ ਅੰਡਰ ਕੋਈ ਵੀ ਸੰਪੱਤੀ ਜਿਹੜੀ ਆ ਉਹ ਪ੍ਰਬੰਧ ਕਰ ਸਕਦੇ ਨੇ, ਮਤਲਬ ਸੰਪੱਤੀ ਨੂੰ ਜਿਹੜਾ ਰੱਖ ਸਕਦੇ ਨੇ, ਠੀਕ ਹੈ। ਉਸਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੋਏਗੀ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਨੇ ਗੱਲ ਕਰੀਏ ਕਿ ਕੋਈ ਵੀ ਧਰਮ ਅਪਣਾ ਸਕਦਾ ਹੈ, ਫਿਰ ਉਸਦਾ ਪ੍ਰਚਾਰ ਵੀ ਉਹ ਕਰ ਸਕਦੇ ਨੇ। ਉਸ ਤੋਂ ਬਾਅਦ ਗੱਲ ਕਰੀਏ ਅਨੁਛੇਦ ਨੰਬਰ 27 ਦੀ, ਧਰਮ ਦੇ ਨਾਂ 'ਤੇ ਚੰਦਾ ਲੈਣ ਦੀ ਮਨਾਹੀ। ਜਿੱਦਾਂ ਤੁਹਾਨੂੰ ਪਤਾ ਹੈ ਕਈ ਲੋਕ ਜਿਹੜੇ ਨੇ ਜ਼ਬਰਦਸਤੀ ਚੰਦਾ ਲੈਂਦੇ ਨੇ ਕਿ ਸਾਡੇ ਧਰਮ ਦੇ ਵਿੱਚ ਇੱਦਾਂ ਹੈਗਾ ਏ, ਤਾਂ ਬਿਲਕੁਲ ਗਲਤ ਹੈ, ਠੀਕ ਹੈ। ਧਰਮ ਦੇ ਨਾਂ 'ਤੇ ਚੰਦਾ ਲੈਣ ਦੀ ਮਨਾਹੀ ਕੀਤੀ ਗਈ ਹੈ ਕਿ ਜ਼ਬਰਦਸਤੀ ਨਹੀਂ ਉਗਰਾਹੀ ਕਰਾ ਸਕਦੇ, ਠੀਕ ਹੈ, ਲੋਕ, ਕਿ ਜੇਕਰ ਤੁਸੀਂ ਆਪਣੀ ਸ਼ਰਧਾ ਦੇ ਨਾਲ ਕਿਸੇ ਨੂੰ ਪੈਸੇ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦਿਲ ਖੋਲ੍ਹ ਕੇ ਦੇ ਸਕਦੇ ਹੋ, ਪਰ ਜੇਕਰ ਤੁਹਾਡੇ ਤੋਂ ਕੋਈ ਜ਼ਬਰਦਸਤੀ ਉਗਰਾਹੀ ਕਰਾ ਰਿਹਾ ਹੈ, ਠੀਕ ਹੈ, ਕਿ ਜ਼ਬਰਦਸਤੀ ਕਹਿੰਦਾ ਹੈ ਕਿ ਮੈਨੂੰ ਪੈਸੇ ਦਿਓ, ਤਾਂ ਉਹ ਗੱਲ ਗਲਤ ਹੈ, ਠੀਕ ਹੈ। ਤਾਂ ਉਹ ਤੁਸੀਂ ਅਧਿਕਾਰ ਨੰਬਰ 27 ਜਿਹੜਾ ਅਨੁਛੇਦ ਹੈ ਉਸਦੇ ਅੰਡਰ ਜਿਹੜਾ ਉਸਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ ਅਨੁਛੇਦ ਨੰਬਰ 28 ਦੀ, ਤਾਂ ਵਿੱਦਿਅਕ ਸੰਸਥਾਵਾਂ 'ਚ ਧਾਰਮਿਕ ਸਿੱਖਿਆ ਦੇਣ ਦੀ ਮਨਾਹੀ ਕੀਤੀ ਗਈ ਹੈ। ਵਿੱਦਿਅਕ ਸੰਸਥਾਵਾਂ ਕਿਹੜੀਆਂ, ਜਿਹੜੀ ਕਿ ਆਪਣੀਆਂ ਸਕੂਲਸ ਵਗੈਰਾ ਹੋ ਗਏ, ਠੀਕ ਹੈ, ਉਹਨਾਂ ਦੇ ਵਿੱਚ ਜਿਹੜੀ ਹੈ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ, ਠੀਕ ਹੈ। ਜਿੰਨੇ ਵੀ ਨਿੱਜੀ ਖੇਤਰ ਦੀਆਂ ਵਿੱਦਿਅਕ ਸੰਸਥਾਵਾਂ ਨੇ, ਮਤਲਬ ਜਿੰਨੇ ਵੀ ਪ੍ਰਾਈਵੇਟ ਸਕੂਲਸ ਨੇ, ਉਹਨਾਂ ਦੇ ਵਿੱਚ ਭਾਵੇਂ ਧਾਰਮਿਕ ਸਿੱਖਿਆ ਦੇ ਸਕਦੇ ਨੇ, ਠੀਕ ਹੈ। ਮਤਲਬ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਕਈ ਸਕੂਲ ਜਿਹੜੇ ਨੇ ਕ੍ਰਿਸਚਨ ਹੁੰਦੇ ਨੇ, ਸਪੈਸ਼ਲੀ ਈਸਾਈਆਂ ਦੇ ਸਕੂਲ ਹੁੰਦੇ ਨੇ, ਠੀਕ ਹੈ। ਤਾਂ ਉਹਨਾਂ ਦੇ ਵਿੱਚ ਬੇਸ਼ੱਕ ਉਹਨਾਂ ਨੂੰ ਉਹਨਾਂ ਦੇ ਧਰਮ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ, ਲੇਕਿਨ ਜ਼ਰੂਰੀ ਨਹੀਂ ਹੈਗਾ ਕਿ ਕਿਸੇ ਵੀ ਵਿੱਦਿਅਕ ਸੰਸਥਾਵਾਂ ਦੇ ਵਿੱਚ ਦਿੱਤੀ ਜਾਵੇ ਧਾਰਮਿਕ ਸਿੱਖਿਆ, ਠੀਕ ਹੈ। ਪ੍ਰਾਈਵੇਟ ਸਕੂਲ ਹੋਣ ਤਾਂ ਉਹਨਾਂ ਦੀ ਗੱਲ ਜਿਹੜੀ ਅਲੱਗ ਹੈ, ਪਰ ਕਿਸੇ ਨੂੰ ਵੀ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਕੋਈ ਗੌਰਮੈਂਟ ਹੈ, ਉਸਨੂੰ ਜਿਹੜਾ ਮਜਬੂਰ ਨਹੀਂ ਕੀਤਾ ਜਾ ਸਕਦਾ ਧਾਰਮਿਕ ਸਿੱਖਿਆ ਨੂੰ ਗ੍ਰਹਿਣ ਕਰਨ ਦੇ ਲਈ,
ਠੀਕ ਹੈ, ਤਾਂ ਕਿ ਉਸਨੂੰ ਥੋਪਿਆ ਨਹੀਂ ਜਾ ਸਕਦਾ ਕਿ ਇਹ ਸਿੱਖਿਆ ਜਿਹੜੀ ਹੈ ਤੂੰ ਗ੍ਰਹਿਣ ਕਰਨੀ ਹੀ ਕਰਨੀ ਹੈ, ਇਹ ਚੀਜ਼ ਨਹੀਂ ਆਪਾਂ ਕਰ ਸਕਦੇ। ਠੀਕ ਹੈ, ਤਾਂ ਆ ਜਿੰਨੇ ਵੀ ਅਧਿਕਾਰ ਨੇ 4 ਅਧਿਕਾਰ, ਇਹ ਸਾਰੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੇ ਅੰਡਰ ਆਉਂਦੇ ਨੇ। ਠੀਕ ਹੈ, 25 ਤੋਂ 28। 25 ਦੇ ਵਿੱਚ ਆਪਾਂ ਕੋਈ ਵੀ ਧਰਮ ਅਪਣਾ ਸਕਦੇ ਹਾਂ, 26 ਦੇ ਵਿੱਚ ਆਪਾਂ ਉਸਦਾ ਪ੍ਰਚਾਰ ਕਰ ਸਕਦੇ ਹਾਂ। ਠੀਕ ਹੈ, ਅਤੇ 27 ਦੇ ਵਿੱਚ ਆਪਾਂ ਉਸਦੇ ਨਾਂ 'ਤੇ ਜਿਹੜਾ ਹੈ ਜ਼ਬਰਦਸਤੀ ਗੁਰਾਹੀ ਨਹੀਂ ਕਰਾ ਸਕਦੇ ਚੰਦਾ ਲੈਣ 'ਤੇ। ਠੀਕ ਹੈ, ਅਤੇ ਲਾਸਟ ਵਾਲੇ 'ਤੇ ਆਪਾਂ ਜਿਹੜਾ ਹੈ ਜਿੰਨੇ ਵੀ ਆਪਣੇ ਸਕੂਲਸ ਨੇ ਉਹਨਾਂ ਦੇ ਵਿੱਚ ਜ਼ਬਰਦਸਤੀ ਸਿੱਖਿਆ ਨਹੀਂ ਦੇ ਸਕਦੇ। ਠੀਕ ਹੈ, ਆਪਣੀ ਕੋਈ ਇੱਛਾ ਦੇ ਨਾਲ ਲੈਣਾ ਚਾਹੁੰਦਾ ਹੈ ਤਾਂ ਜ਼ਰੂਰ ਉਸਨੂੰ ਦੇਣੀ ਚਾਹੀਦੀ ਹੈ, ਪਰ ਜੇਕਰ ਆਪਾਂ ਕਿਸੇ ਦੀ ਜ਼ਬਰਦਸਤੀ ਦੇਵਾਂਗੇ ਤਾਂ ਉਹ ਜਿਹੜੀ ਹੈ ਆਪਣੇ 'ਤੇ ਕਾਨੂੰਨੀ ਕਾਰਵਾਈ ਕਰੀ ਜਾਊਗੀ। ਠੀਕ ਹੈ, ਤਾਂ ਇਹ ਹੈਗਾ ਸੀ ਜੀ ਆਪਣਾ ਧਾਰਮਿਕ ਆਜ਼ਾਦੀ ਦਾ ਅਧਿਕਾਰ। ਉਸ ਤੋਂ ਬਾਅਦ ਗੱਲ ਕਰੀਏ ਆਪਣਾ ਅਧਿਕਾਰ ਨੰਬਰ 5ਵਾਂ, ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ, ਜਿਹੜਾ ਕਿ ਅਨੁਛੇਦ 29 ਤੋਂ 30 ਤੱਕ ਦੇ ਅੰਡਰ ਹੈ। ਠੀਕ ਹੈ, ਆਪਾਂ ਨੇ ਅੱਗੇ ਕਿੰਨੇ ਤੱਕ ਪੜ੍ਹ ਚੁੱਕੇ ਹਾਂ, ਹੁਣ ਆਪਾਂ ਪੜ੍ਹੇ ਸੀਗੇ 25 ਤੋਂ 28, ਹੁਣ ਆਪਾਂ ਪੜ੍ਹ ਰਹੇ ਹਾਂ 29 ਤੇ 30। ਠੀਕ ਹੈ, ਦੇਖੋ ਮੈਂ ਇੱਕ ਸੁਜੈਸ਼ਨ ਦੇਣਾ ਚਾਹਾਂਗੀ ਕਿ ਜੇਕਰ ਤੁਸੀਂ ਨੋਟਸ ਬਣਾ ਸਕਦੇ ਹੋ ਆਪਣੇ ਹੈਂਡ ਰਾਈਟਿੰਗ ਦੇ ਨਾਲ। ਠੀਕ ਹੈ, ਵੈਸੇ ਤਾਂ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਆ ਹੋਣਾ ਹੈ, ਜਿਨ੍ਹਾਂ ਨੇ ਨਹੀਂ ਜੁਆਇਨ ਕਰਿਆ ਉਹ ਜਾ ਕੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਹੈ, ਤੁਸੀਂ ਉੱਥੇ ਜਾ ਕੇ ਜੁਆਇਨ ਕਰ ਲਓ। ਫਿਰ ਜਿਹੜਾ ਵੀ ਪੂਰਾ PDF ਹੈ ਤੁਹਾਨੂੰ ਇਸ ਵੀਡੀਓ ਦਾ, ਇਹ ਤੁਹਾਨੂੰ ਸਾਰਾ ਜੋ ਵੀ ਲਿਖਿਆ ਹੋਇਆ ਹੈ ਇਹ ਸਾਰਾ ਤੁਹਾਨੂੰ ਟੈਲੀਗ੍ਰਾਮ 'ਤੇ ਜਿਹੜਾ ਹੈ ਅਪਲੋਡ ਪ੍ਰੋਵਾਈਡ ਕਰਵਾ ਦਿੱਤਾ ਜਾਏਗਾ। ਠੀਕ ਹੈ, ਬਾਕੀ ਤੁਹਾਨੂੰ ਮੈਂ ਇੱਕ ਸੁਜੈਸ਼ਨ ਦੇਣਾ ਚਾਹਾਂਗੀ ਕਿ ਜੇਕਰ ਤੁਸੀਂ ਆਪਣੇ ਨੋਟਸ ਆਪਣੇ ਹੈਂਡ ਦੇ ਨਾਲ ਬਣਾ ਸਕਦੇ ਹੋ, ਠੀਕ ਹੈ, ਇੱਕ ਕਾਪੀ 'ਤੇ, ਜਿਹਦੇ ਵਿੱਚ ਕਿ ਤੁਸੀਂ ਅਨੁਛੇਦ ਦੀ ਲਿਸਟ ਬਣਾ ਸਕਦੇ ਹੋ ਕਿ ਇਸ ਦਿਨ ਇਹ ਚੀਜ਼ ਆ ਰਹੀ ਹੈ, ਇਸ ਦਿਨ ਇਹ ਚੀਜ਼ ਆ ਰਹੀ ਹੈ, ਤੁਸੀਂ ਪ੍ਰੋਪਰ ਲਿਖ ਸਕਦੇ ਹੋ। ਠੀਕ ਹੈ, ਉਸ ਤਰ੍ਹਾਂ ਕੀ ਹੋਏਗਾ ਤੁਹਾਨੂੰ ਜਿਹੜਾ ਯਾਦ ਕਰਨ ਦੇ ਵਿੱਚ ਸੌਖੀ ਰਹੇਗੀ। ਠੀਕ ਹੈ, ਬਾਕੀ ਜੇਕਰ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤਾਂ ਤੁਸੀਂ PDF ਤੋਂ ਆਰਾਮ ਨਾਲ ਪੜ੍ਹ ਸਕਦੇ ਹੋ। ਠੀਕ ਹੈ, ਤਾਂ ਇਸ ਕਰਕੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨਾ ਨਾ ਭੁੱਲਣਾ। ਉਸ ਤੋਂ ਬਾਅਦ ਗੱਲ ਕਰੀਏ 5ਵਾਂ ਅਧਿਕਾਰ। ਆਪਾਂ ਨੇ 4 ਅਧਿਕਾਰ ਪੜ੍ਹ ਚੁੱਕੇ ਹਾਂ, ਟੋਟਲ 6 ਨੇ, ਹੁਣ ਆਪਾਂ ਆ ਗਏ 5ਵੇਂ ਅਧਿਕਾਰ 'ਤੇ। ਠੀਕ ਹੈ, 5ਵੇਂ ਅਧਿਕਾਰ ਦਾ ਨਾਮ ਕੀ ਹੈ? ਇਹਦਾ ਨਾਮ ਹੈਗਾ ਜੀ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ। ਠੀਕ ਹੈ, ਇਸ ਦੇ ਅੰਡਰ ਕਿਹੜੇ ਨੇ? 29 ਅਤੇ 30 ਅਨੁਛੇਦ ਨੰਬਰ 29 ਦੇ ਅਧੀਨ ਕੀ ਆਉਂਦਾ ਹੈ? ਘੱਟ ਗਿਣਤੀ ਲੋਕਾਂ ਨੂੰ ਆਪਣੀ ਭਾਸ਼ਾ, ਲਿਪੀ, ਸੱਭਿਆਚਾਰ ਨੂੰ ਕਾਇਮ ਰੱਖਣ ਦਾ ਅਧਿਕਾਰ ਦਿੰਦਾ ਹੈ। ਘੱਟ ਗਿਣਤੀ ਲੋਕ ਕਿਹੜੇ? ਤੁਹਾਨੂੰ ਪਤਾ ਹੈ ਕਿ ਵੱਖ-ਵੱਖ ਪ੍ਰਕਾਰ ਦੀਆਂ ਜਾਤੀਆਂ ਨੇ ਜਿਹੜੀਆਂ ਆਪਣੇ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ। ਠੀਕ ਹੈ, ਆਪਣੇ ਸਮਾਜ ਦੇ ਵਿੱਚ, ਆਪਣੀ ਕੰਟਰੀ ਦੇ ਵਿੱਚ। ਠੀਕ ਹੈ, ਜਿੱਦਾਂ ਕਿ ਤੁਸੀਂ ਕਹਿ ਸਕਦੇ ਹੋ ਕਿ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਹੁੰਦੀਆਂ ਨੇ, ਅਨੁਸੂਚਿਤ ਜਾਤੀਆਂ ਹੁੰਦੀਆਂ ਹਨ, ਹੈ ਨਾ, ਉਹਨਾਂ ਦੀ ਗੱਲ ਕਰ ਰਹੀ ਹਾਂ ਮੈਂ। ਠੀਕ ਹੈ, ਉਹਨਾਂ ਨੂੰ ਜਿਹੜੇ ਨੇ ਉਹਨਾਂ ਦੀਆਂ ਭਾਸ਼ਾ, ਉਹਨਾਂ ਦੀ ਸੱਭਿਆਚਾਰ ਨੂੰ ਕਾਇਮ ਰੱਖਣ ਦਾ ਅਧਿਕਾਰ ਹੈ। ਠੀਕ ਹੈ, ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਜਿਹੜੀ ਕਮਿਊਨਿਟੀ ਦੇ ਲੋਕ ਨੇ ਉਹ ਘੱਟ ਨੇ ਤਾਂ ਤੁਸੀਂ ਆਪਣੀ ਜਿਹੜੀ ਕਮਿਊਨਿਟੀ ਨੂੰ ਖਤਮ ਕਰ ਦਿਓ, ਇਹ ਨਹੀਂ ਕਹਿ ਸਕਦੇ। ਠੀਕ ਹੈ, ਤਾਂ ਹਰੇਕ ਵਿਅਕਤੀ ਨੂੰ ਜਿਹੜੀ ਆਪਣੀ ਸੱਭਿਆਚਾਰ ਨੂੰ ਕਾਇਮ ਰੱਖਣ ਦਾ ਅਧਿਕਾਰ ਹੈ। ਕਿਹੜੇ ਅਨੁਛੇਦ ਦੇ ਅਧੀਨ? 29 ਦੇ ਅਧੀਨ। ਠੀਕ ਹੈ, ਇਸ ਅਧੀਨ ਜਿਹੜੀਆਂ ਰਾਜ ਪਛੜੀਆਂ ਸ਼੍ਰੇਣੀਆਂ, ਠੀਕ ਹੈ, BC ਕੈਟੇਗਰੀਜ਼, ਅਨੁਸੂਚਿਤ ਜਾਤੀਆਂ ਜਿਹੜੀਆਂ SC ਕੈਟੇਗਰੀਜ਼ ਹੁੰਦੀਆਂ ਨੇ, ਜਾਂ ਕਬੀਲਿਆਂ ਦੇ ਲਈ ਵਿਦਿਅਕ ਸੰਸਥਾਵਾਂ 'ਚ ਸੀਟਾਂ ਰਾਖਵੀਆਂ ਰੱਖ ਸਕਦੇ। ਜਿੱਦਾਂ ਤੁਸੀਂ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਦੇਖਦੇ ਹੋ ਕਿ ਕੋਟਾ ਰੱਖਿਆ ਜਾਂਦਾ ਹੈ, ਉਸੇ ਦੀ ਅਧੀਨ ਗੱਲ ਕਰਦਾ ਇਹ। ਠੀਕ ਹੈ, ਕਿ ਜਿੰਨੇ ਵੀ ਆਪਣੇ ਘੱਟ ਸ਼੍ਰੇਣੀਆਂ ਨੇ ਉਹਨਾਂ ਨੂੰ ਜਿਹੜੀਆਂ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਗੱਲ ਕਰੀਏ ਅਨੁਛੇਦ ਨੰਬਰ 30 ਦੀ, ਤਾਂ ਭਾਸ਼ਾ ਅਤੇ ਧਰਮ ਦੇ ਆਧਾਰ 'ਤੇ ਘੱਟ ਗਿਣਤੀ ਲੋਕ ਆਪਣੀਆਂ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੇ ਹਨ। ਇੱਥੇ ਖੋਲ੍ਹ ਆਏਗਾ, ਠੀਕ ਹੈ, ਕੋਲ ਨਹੀਂ ਹੋਏਗਾ, ਖੱਖਾ ਹੈ ਇੱਥੇ, ਖੋਲ੍ਹ ਸਕਦੇ ਹਨ। ਠੀਕ ਹੈ, ਅਤੇ ਉਹਨਾਂ ਦਾ ਪ੍ਰਬੰਧ ਚਲਾ ਸਕਦੇ ਹਨ। ਰਾਜ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰ ਸਕਦੀ। ਕਿ ਮਤਲਬ ਜੇਕਰ ਤੁਹਾਡੇ ਕੋਲ ਕੋਈ ਵੀ ਆਪਣੀ ਜਿਹੜੀ ਘੱਟ ਗਿਣਤੀ ਲੋਕ ਨੇ, ਠੀਕ ਹੈ, ਜਿਨ੍ਹਾਂ ਦੀ ਕਮਿਊਨਿਟੀ ਘੱਟ ਹੈ, ਠੀਕ ਹੈ, ਤਾਂ ਉਹ ਆਪਣੀ ਭਾਸ਼ਾ, ਆਪਣੇ ਧਰਮ ਦੇ ਅਕੋਰਡਿੰਗ ਜਿਹੜੇ ਨੇ ਆਪਣੇ ਸਕੂਲਸ ਵਗੈਰਾ ਖੋਲ੍ਹ ਸਕਦੇ ਨੇ, ਆਪਣੀ ਵਿਦਿਅਕ ਸੰਸਥਾਵਾਂ ਜਿਹੜੇ ਨੇ ਚਲਾ ਸਕਦੇ ਨੇ। ਠੀਕ ਹੈ, ਤਾਂ ਜਿਹੜਾ ਸਟੇਟ ਹੈ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕਰ ਸਕਦਾ ਇਸ ਅਧਿਕਾਰ ਦੇ ਅਧੀਨ, ਅਨੁਛੇਦ ਨੰਬਰ 30। ਠੀਕ ਹੈ, ਤਾਂ ਇਹ ਜਿਹੜਾ ਅਧਿਕਾਰ ਹੈ 5ਵਾਂ, ਠੀਕ ਹੈ, ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ ਤਾਂ ਆਪਾਂ ਪੜ੍ਹ ਚੁੱਕੇ ਹਾਂ। ਠੀਕ ਹੈ, ਘੱਟ ਗਿਣਤੀ ਲੋਕਾਂ ਦੇ ਲਈ ਹੀ ਕਿਹਾ ਗਿਆ ਹੈ। ਜਿਹੜੀਆਂ ਆਪਣੀ ਸੀਟਾਂ ਰਾਖਵੀਆਂ ਹੁੰਦੀਆਂ ਨੇ ਉਹ ਕਿਹੜੇ ਅਨੁਛੇਦ ਦੇ ਅਧੀਨ ਹੁੰਦੀਆਂ ਨੇ? ਅਨੁਛੇਦ ਨੰਬਰ 29। ਠੀਕ ਹੈ, ਅਤੇ ਜਿੰਨੇ ਵੀ ਆਪਣੇ ਜਿਹੜੇ ਲੋਕ ਨੇ ਜਿਹੜੇ ਕਿ ਆਪਣੀਆਂ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੇ ਨੇ ਘੱਟ ਗਿਣਤੀ ਦੇ, ਤਾਂ ਉਹ ਹੈਗੇ ਨੇ ਜੀ ਅਨੁਛੇਦ ਨੰਬਰ 30 ਦੇ ਅੰਡਰ। ਠੀਕ ਹੈ, ਤਾਂ ਇਹ ਵੀ ਅਧਿਕਾਰ ਬਿਲਕੁਲ ਇੰਪੋਰਟੈਂਟ ਹੈ। ਉਸ ਤੋਂ ਬਾਅਦ ਗੱਲ ਕਰੀਏ ਲਾਸਟ ਅਧਿਕਾਰ ਹੈ ਆਪਣਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ ਆਉਂਦਾ ਹੈ ਜੀ 32। ਠੀਕ ਹੈ, ਤੁਸੀਂ ਸੋਚ ਰਹੇ ਹੋਵੋਗੇ ਕਿ ਆਪਾਂ ਨੇ ਹੁਣ 14 ਤੋਂ ਲੈ ਕੇ 32 ਤੱਕ ਪੜ੍ਹਨੇ ਸੀ, ਲੇਕਿਨ 14 ਤੋਂ 30 ਤੱਕ ਤਾਂ ਆਪਾਂ ਪੜ੍ਹ ਚੁੱਕੇ, ਹੁਣ ਆਪਾਂ ਕਿੰਨਵਾਂ ਪੜ੍ਹਨ ਜਾ ਰਹੇ ਹਾਂ? 32ਵਾਂ। ਤਾਂ ਵਿੱਚ ਤੁਸੀਂ ਸੋਚ ਰਹੇ ਹੋਵੋਗੇ ਕਿ 31ਵਾਂ ਕਿੱਥੇ ਗਿਆ, ਹੈ ਨਾ, ਬਿਲਕੁਲ ਮਾਈਂਡ ਦੇ ਵਿੱਚ ਆਉਂਦਾ ਕਿ 30 ਤੱਕ ਨੇ ਇੱਥੇ, ਅਤੇ ਅਗਲਾ ਹੈਗਾ 32ਵਾਂ, 31ਵਾਂ ਕਿੱਥੇ ਗਿਆ? ਤਾਂ ਜਿਹੜਾ ਤੁਸੀਂ 31ਵਾਂ ਮੈਂ ਤੁਹਾਨੂੰ ਦੱਸਿਆ ਸੀਗਾ, ਜਿਹੜਾ ਆਪਾਂ ਨੇ ਪੜ੍ਹਿਆ ਨਾ ਸੰਪੱਤੀ ਦਾ ਅਧਿਕਾਰ, ਜਿਹੜਾ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਪੜ੍ਹਾਇਆ ਸੀਗਾ, ਜਿਹੜਾ ਆਪਣਾ ਸੰਪੱਤੀ ਦਾ ਅਧਿਕਾਰ ਹੈ ਉਸਨੂੰ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ, ਪਹਿਲਾਂ ਜਦੋਂ ਇਹ 7 ਹੁੰਦੇ ਸਨ। ਠੀਕ ਹੈ, ਤਾਂ ਉਹ ਜਿਹੜਾ ਅਧਿਕਾਰ ਸੀਗਾ ਉਹ ਆਪਣਾ ਜਿਹੜਾ 31ਵਾਂ ਹੀ ਅਧਿਕਾਰ ਸੀ। ਠੀਕ ਹੈ, ਜਿਹੜਾ ਆਪਾਂ ਨੇ ਸਟਾਰਟਿੰਗ ਦੇ ਵਿੱਚ ਪੜ੍ਹਿਆ ਇਹ ਰਿਹਾ। ਠੀਕ ਹੈ, ਜਿਹੜਾ ਆਪਾਂ ਨੇ ਸਟਾਰਟਿੰਗ ਦੇ ਵਿੱਚ ਕੀਤਾ ਸੰਪੱਤੀ ਦਾ ਆਜ਼ਾਦ ਅਧਿਕਾਰ, ਜਿਸ ਨੂੰ ਕਿ ਖਾਰਿਜ ਕੀਤਾ ਗਿਆ ਸੀ, ਤਾਂ ਉਹ ਜਿਹੜਾ ਅਨੁਛੇਦ ਨੰਬਰ 31 ਦੇ ਅੰਡਰ ਹੀ ਆਉਂਦਾ ਸੀ। ਠੀਕ ਹੈ, ਜਿਹੜਾ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਹੈ ਨਹੀਂ। ਠੀਕ ਹੈ,
ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅਨੁਛੇਦ ਨੰਬਰ 32 ਦੀ। 31 ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਉਹ ਰੱਦ ਹੋ ਗਿਆ ਸੀ, ਠੀਕ ਹੈ, ਇਹਨੂੰ ਖਾਰਿਜ ਕਰਕੇ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ। ਤਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਤਾਂ ਇਹ ਜਿਹੜਾ ਅਧਿਕਾਰ ਹੈ ਇਸਨੂੰ ਸੰਵਿਧਾਨ ਦੀ ਆਤਮਾ ਕਹਿੰਦੇ ਹਨ, ਠੀਕ ਹੈ। ਜੇਕਰ ਆਪਾਂ ਨੂੰ ਨੋਰਮਲੀ ਪੁੱਛਿਆ ਜਾਵੇ ਕਿ ਸੰਵਿਧਾਨ ਦੀ ਆਤਮਾ ਕਿਹੜੇ ਅਧਿਕਾਰ ਨੂੰ ਕਹਿੰਦੇ ਹਨ, ਤਾਂ ਆਪਾਂ ਕਹਾਂਗੇ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਨੂੰ, ਠੀਕ ਹੈ। ਇਸ ਅਧਿਕਾਰ ਦੇ ਅਧੀਨ ਕੀ ਹੁੰਦਾ ਹੈ, ਇਸ ਅਧਿਕਾਰ ਦੇ ਅਧੀਨ ਜਿੰਨੇ ਵੀ ਆਪਾਂ ਨੂੰ ਅਧਿਕਾਰ ਮਿਲੇ ਨੇ ਮੌਲਿਕ ਅਧਿਕਾਰ, ਠੀਕ ਹੈ, ਜੇਕਰ ਉਹਨਾਂ ਦੀ ਉਲੰਘਣਾ ਹੁੰਦੀ ਆ, ਮੰਨ ਲਓ ਆਪਾਂ ਨੂੰ ਉਹ ਅਧਿਕਾਰ ਪੂਰੇ ਰੂਪ 'ਤੇ ਆਪਣੇ ਕੋਲ ਲਾਗੂ ਨਹੀਂ ਕਰਾਏ ਜਾ ਰਹੇ, ਜਾਂ ਆਪਾਂ ਨੂੰ ਉਹਨਾਂ ਦੇ ਅੰਡਰ ਰਹਿ ਕੇ ਵੀ ਆਪਾਂ 'ਤੇ ਕਿਸੇ ਤਰ੍ਹਾਂ ਦੀ ਬੰਦਿਸ਼ ਲਗਾਈ ਜਾ ਰਹੀ ਹੈ, ਤਾਂ ਆਪਾਂ ਕੀ ਕਰ ਸਕਦੇ ਹਾਂ, ਆਪਾਂ ਹਾਈ ਕੋਰਟ ਦੇ ਵਿੱਚ, ਸਰਵਉੱਚ ਅਦਾਲਤਾਂ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੇ ਖਿਲਾਫ ਆਪਾਂ ਆਪਣੀ ਕਾਨੂੰਨੀ ਕਾਰਵਾਈ ਕਰਵਾ ਸਕਦੇ ਹਾਂ, ਠੀਕ ਹੈ। ਕਿ ਮੌਲਿਕ ਅਧਿਕਾਰਾਂ ਦੀ ਉਲੰਘਣਾ ਤੇ ਸੂਰਤ ਦੇ ਵਿੱਚ ਰਾਜ ਦੀਆਂ ਉੱਚ ਅਦਾਲਤਾਂ ਤੇ ਸਰਵਉੱਚ ਅਦਾਲਤਾਂ 'ਚ ਜਾ ਸਕਦੇ ਹਨ। ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਦਾ ਪ੍ਰਬੰਧ ਜਿਹੜਾ ਇਸ ਅਧਿਕਾਰ ਦੇ ਅਧੀਨ ਕੀਤਾ ਗਿਆ ਹੈ, ਠੀਕ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਆ ਗਿਆ ਇਹ ਅਧਿਕਾਰ। ਇਸ ਅਧਿਕਾਰ ਦੇ ਅਧੀਨ ਜਿੰਨੇ ਵੀ ਆਪਣੇ ਮੌਲਿਕ ਅਧਿਕਾਰ ਨੇ, ਠੀਕ ਹੈ, ਉਹਨਾਂ ਨੂੰ ਜਿਹੜਾ ਇੱਕ ਪ੍ਰੋਟੈਕਸ਼ਨ ਮਿਲਦੀ ਹੈ ਕਿ ਹਾਂ ਇਹ ਮੌਲਿਕ ਅਧਿਕਾਰ ਕਿਸੇ ਵੀ ਵਿਅਕਤੀ ਕੋਲ ਹੈਗੇ ਨੇ, ਠੀਕ ਹੈ। ਤਾਂ ਉਹਨਾਂ ਦੀ ਜਿਹੜੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਜੇਕਰ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਗੱਲ ਕਰੀਏ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ, ਇਹ ਹੈਗੇ ਸੀ ਆਪਣੇ 6 ਅਧਿਕਾਰ। ਅਗੇਨ ਇੱਕ ਵਾਰੀ ਮੈਂ ਤੁਹਾਨੂੰ ਰਿਵੀਜ਼ਨ ਕਰਾ ਦਿੰਦੀ ਹਾਂ ਕਿਹੜੇ ਕਿਹੜੇ ਅਧਿਕਾਰ ਨੇ। ਸਭ ਤੋਂ ਪਹਿਲਾਂ ਆਪਾਂ ਨੇ ਦੇਖੋ ਪੜ੍ਹੇ ਸੀਗੇ 14 ਤੋਂ ਲੈ ਕੇ 18 ਤੱਕ, ਠੀਕ ਹੈ। ਮੌਲਿਕ ਅਧਿਕਾਰਾਂ ਦੀ ਜੇਕਰ ਆਪਾਂ ਰਿਵੀਜ਼ਨ ਕਰ ਲਈਏ ਸਟਾਰਟਿੰਗ ਦੇ ਵਿੱਚੋਂ ਹੀ, ਠੀਕ ਹੈ। ਨਹਿਰੂ ਰਿਪੋਰਟ ਦੇ ਵਿੱਚ 1928 ਦੇ ਵਿੱਚ ਮੰਗ ਕੀਤੀ ਗਈ, ਲਿਖਤੀ ਮੰਗ ਕੀਤੀ ਗਈ ਮੋਤੀ ਲਾਲ ਨਹਿਰੂ ਦੁਆਰਾ, ਮੌਖਿਕ ਮੰਗ ਕੀਤੀ ਗਈ ਐਨੀ ਬੈਂਸਟ ਦੁਆਰਾ, ਠੀਕ ਹੈ। ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਕਿਸ ਨੂੰ ਕਹਿੰਦੇ ਨੇ, ਮੌਲਿਕ ਅਧਿਕਾਰਾਂ ਨੂੰ। ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਦਰਜ ਕੀਤੇ ਗਏ ਨੇ ਮੌਲਿਕ ਅਧਿਕਾਰ, ਠੀਕ ਹੈ। ਕਿਹੜੇ ਸਿਧਾਂਤ ਅਧੀਨ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਅਧੀਨ ਕੀਤੇ ਗਏ ਨੇ। 14 ਤੋਂ 32 ਤੱਕ ਹਨ, 6 ਕਿਸਮ ਦੇ ਹਨ। 7ਵਾਂ ਜਿਹੜਾ ਖਾਰਿਜ ਕਰਕੇ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ, ਕਿਹੜਾ ਸੀਗਾ, ਸੰਪੱਤੀ ਜਾਂ ਜਾਇਦਾਦ ਦਾ ਅਧਿਕਾਰ, ਠੀਕ ਹੈ। ਕਿੱਥੋਂ ਲਈ ਗਈ ਹੈ ਇਹ ਧਾਰਨਾ, ਇਹ ਲਈ ਗਈ ਹੈ ਜੀ ਅਮਰੀਕਾ ਤੋਂ, ਠੀਕ ਹੈ। ਸਭ ਤੋਂ ਪਹਿਲਾਂ 14ਵੇਂ ਤੋਂ 18ਵੇਂ ਦੀ ਗੱਲ ਕਰੀਏ ਤਾਂ ਸਮਾਨਤਾ ਦਾ ਅਧਿਕਾਰ, ਜਿਹਦੇ ਅੰਦਰ ਕਿ ਆਪਣੇ 14 ਤੋਂ ਲੈ ਕੇ 18 ਤੱਕ ਅਲੱਗ-ਅਲੱਗ ਤਰ੍ਹਾਂ ਦੇ ਸਮਾਨਤਾ ਦੇ ਅਧਿਕਾਰ ਮਿਲੇ ਹੋਏ ਨੇ, ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ ਅੱਗੇ ਆਪਾਂ ਸੁਤੰਤਰਤਾ ਦਾ ਅਧਿਕਾਰ, ਠੀਕ ਹੈ, ਜਿਹਦੇ ਵਿੱਚ ਕਿ 19 ਤੋਂ 22 ਤੱਕ ਹਨ, ਠੀਕ ਹੈ। 19 ਦੇ ਵਿੱਚ ਆਪਾਂ ਨੂੰ ਕੋਈ ਵੀ ਵਿਚਾਰ ਪ੍ਰਗਟਾਉਣ ਦੀ, ਭਾਸ਼ਣ ਦੇਣ ਦੀ, ਇਸ ਤਰ੍ਹਾਂ ਦੀ ਆਜ਼ਾਦੀ ਹੈ, ਠੀਕ ਹੈ। ਜਿਹੜਾ ਅਨੁਛੇਦ ਨੰਬਰ 20 ਹੈ ਉਸਦੇ ਅੰਡਰ ਜਿਹੜੇ ਨੇ ਅਪਰਾਧੀਆਂ ਸੰਬੰਧੀ ਅਧਿਕਾਰ ਮਿਲੇ ਹੋਏ ਨੇ, ਠੀਕ ਹੈ। ਅਨੁਛੇਦ ਨੰਬਰ 21 ਦੇ ਅੰਡਰ ਆਪਾਂ ਨੂੰ ਰਾਈਟ ਟੂ ਐਜੂਕੇਸ਼ਨ ਮਿਲਿਆ ਹੋਇਆ ਹੈ। ਅਨੁਛੇਦ ਨੰਬਰ 22 ਦੇ ਅੰਡਰ ਆਪਾਂ ਨੂੰ ਕੈਦੀਆਂ ਸੰਬੰਧੀ ਅਧਿਕਾਰ ਨੇ, ਠੀਕ ਹੈ। ਤੁਸੀਂ ਪੜ੍ਹ ਲਿਓ ਉਹਨਾਂ ਨੂੰ ਧਿਆਨ ਨਾਲ ਦੁਬਾਰਾ। ਉਸ ਤੋਂ ਬਾਅਦ ਗੱਲ ਕਰੀਏ ਸ਼ੋਸ਼ਣ ਵਿਰੁੱਧ ਅਧਿਕਾਰ 23 ਤੋਂ ਲੈ ਕੇ 24 ਤੱਕ, ਠੀਕ ਹੈ। ਕਿ 23 ਦੇ ਵਿੱਚ ਕੀ ਹੈ, 23 ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਜ਼ਦੂਰੀ ਨਹੀਂ ਕਰਾਈ ਜਾ ਸਕਦੀ, ਠੀਕ ਹੈ। 24 ਦੇ ਵਿੱਚ ਬੱਚਿਆਂ ਦੀ ਸੁਰੱਖਿਆ ਦੇ ਲਈ ਹੈ ਇਹ ਹੈਗਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ 23 ਤੋਂ 24, ਠੀਕ ਹੈ। ਅੱਗੇ ਹੈਗਾ ਧਾਰਮਿਕ ਆਜ਼ਾਦੀ ਦਾ ਅਧਿਕਾਰ ਜਿਹੜਾ ਕਿ 25 ਤੋਂ 28 ਤੱਕ ਹੈ, ਠੀਕ ਹੈ। ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ, ਪ੍ਰਚਾਰ ਕਰ ਸਕਦੇ ਹਾਂ, ਚੰਦਾ ਨਹੀਂ ਲੈ ਸਕਦੇ ਜ਼ਬਰਦਸਤੀ, ਤੇ ਆਪਾਂ ਵਿਦਿਅਕ ਸੰਸਥਾਵਾਂ ਜਿਹੜੀਆਂ ਨੇ ਉਸ ਦੇ ਵਿੱਚ ਜ਼ਬਰਦਸਤੀ ਸਿੱਖਿਆ ਨਹੀਂ ਦੇ ਸਕਦੇ। 5ਵੇਂ ਦੀ ਗੱਲ ਕਰੀਏ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਇਹ ਹੈਗਾ ਜੀ 29 ਤੋਂ 30, ਠੀਕ ਹੈ, ਜਿਹਦੇ ਵਿੱਚ ਕਿ ਘੱਟ ਗਿਣਤੀ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਅਧਿਕਾਰ ਦਿੱਤੇ ਗਏ ਨੇ, ਠੀਕ ਹੈ। ਲਾਸਟ ਹੈਗਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਅਨੁਛੇਦ ਨੰਬਰ 32, ਜਿਸ ਨੂੰ ਕਿ ਸੰਵਿਧਾਨ ਦੀ ਆਤਮਾ ਕਹਿੰਦੇ ਨੇ। ਇਸ ਦੇ ਅੰਡਰ ਜਿਹੜੀ ਆਪਣੇ ਮੌਲਿਕ ਅਧਿਕਾਰਾਂ ਨੂੰ ਸੁਰੱਖਿਆ ਮਿਲਦੀ ਹੈ, ਠੀਕ ਹੈ, ਕਿਸੇ ਤਰ੍ਹਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਤਾਂ ਇਹ ਹੈਗੇ ਸੀਗੀ ਜੀ 14 ਤੋਂ ਲੈ ਕੇ 32 ਤੱਕ। ਤਾਂ ਇਹ 14 ਤੋਂ 32 ਤੱਕ ਆਪਾਂ ਨੇ ਕਵਰ ਕਰੇ ਨੇ, ਠੀਕ ਹੈ। ਸਮਾਨਤਾ ਦਾ ਅਧਿਕਾਰ, ਇਹਦਾ ਤੁਸੀਂ ਸਕਰੀਨਸ਼ਾਟ ਲੈ ਲਓ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਮਿਲੇ ਹੋਏ ਹਨ। 14 ਤੋਂ 18, 19 ਤੋਂ 22, 23 ਤੋਂ 24, 25, 26, 29 ਤੋਂ 30, ਠੀਕ ਹੈ। 25 ਤੋਂ 28, 29, 30 ਤੇ 32, ਠੀਕ ਹੈ। 31ਵਾਂ ਆਪਣਾ ਜਿਹੜਾ ਖਾਰਿਜ ਕਰ ਦਿੱਤਾ ਗਿਆ। ਤੇ ਇਹ ਜਿਹੜੇ ਨੇ ਆਪਣੇ ਮੌਲਿਕ ਅਧਿਕਾਰ ਨੇ। ਹੁਣ ਸਵਾਲ ਬਣਦਾ ਹੈ ਕਿ ਜਿਹੜੇ ਸਿੰਪਲ ਅਧਿਕਾਰ ਨੇ, ਠੀਕ ਹੈ, ਉਹਨਾਂ ਨਾਲੋਂ ਜਿਹੜੇ ਨੇ ਮੌਲਿਕ ਅਧਿਕਾਰ ਕਿਉਂ ਵੱਖ ਨੇ, ਠੀਕ ਹੈ। ਮੌਲਿਕ ਅਧਿਕਾਰਾਂ ਦੇ ਵਿੱਚ ਇਹੋ ਜਿਹੀ ਕੀ ਸਪੈਸ਼ਲਿਸਟੀ ਹੈ ਜਿਹੜੀ ਕਿ ਆਪਣੀ ਜਿਹੜੀ ਸਿੰਪਲ ਅਧਿਕਾਰਾਂ ਦੇ ਵਿੱਚ ਨਹੀਂ ਹੈਗੀ, ਤਾਂ ਉਹ ਆਪਾਂ ਅੱਗੇ ਗੱਲ ਕਰਦੇ ਹਾਂ। ਤਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਮੌਲਿਕ ਅਧਿਕਾਰ ਮੌਲਿਕ ਕਿਉਂ ਹਨ, ਠੀਕ ਹੈ। ਜਿਹੜੀ ਆਪਣੀ ਫੰਡਾਮੈਂਟਲ ਰਾਈਟ ਨੇ ਇਹ ਮੌਲਿਕ ਕਿਉਂ ਹਨ, ਤਾਂ ਇਹਨੂੰ ਜਾਣਨ ਦੇ ਲਈ ਆਪਾਂ ਨੂੰ ਕੁਝ ਪੁਆਇੰਟ ਦੇਖਣੇ ਨੇ। ਜਿੱਦਾਂ ਪੁਆਇੰਟ ਨੰਬਰ ਪਹਿਲਾ ਪੜ੍ਹਦੇ ਹਾਂ ਕਿ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਅਧਿਕਾਰ ਜਿਹੜੇ ਨੇ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ, ਇਸ ਕਰਕੇ ਇਹਨਾਂ ਨੂੰ ਮੌਲਿਕ ਕਹਿੰਦੇ ਹਨ, ਠੀਕ ਹੈ। ਸੈਕਿੰਡ ਪੁਆਇੰਟ ਕੀ ਕਹਿੰਦਾ ਹੈ, ਸੈਕਿੰਡ ਪੁਆਇੰਟ ਕਹਿੰਦਾ ਹੈ ਕਿ ਇਹਨਾਂ ਅਧਿਕਾਰਾਂ ਨੂੰ ਦੇਸ਼ ਦੇ ਸਰਵਉੱਚ ਕਾਨੂੰਨ ਭਾਵ ਸੰਵਿਧਾਨ ਦੇ ਵਿੱਚ ਅੰਕਿਤ ਕੀਤਾ ਗਿਆ, ਇਸ ਕਰਕੇ ਮੌਲਿਕ ਹਨ। ਥਰਡ ਕਹਿੰਦਾ ਹੈ ਕਿ ਸਰਕਾਰ ਦਾ ਕੋਈ ਵੀ ਕਾਨੂੰਨ ਜਾਂ ਅਧਿਆਦੇਸ਼ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦਾ, ਠੀਕ ਹੈ, ਕੋਈ ਵੀ ਇਸ ਨੂੰ ਰੱਦ ਨਹੀਂ ਕਰ ਸਕਦਾ, ਇਸ ਕਰਕੇ ਇਹ ਮੌਲਿਕ ਹਨ। ਤੇ ਪੁਆਇੰਟ ਨੰਬਰ 4 ਜਿਹੜਾ ਉਹ ਕੀ ਕਹਿੰਦਾ, ਉਹ ਕਹਿੰਦਾ ਜੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆਪਣੇ ਆਪ ਵਿੱਚ ਹੀ ਮੌਲਿਕ ਹੈ, ਕਿਉਂਕਿ ਇਹ ਅਧਿਕਾਰ ਮੌਲਿਕ ਅਧਿਕਾਰਾਂ ਨੂੰ ਅਦਾਲਤਾਂ ਦੁਆਰਾ ਲਾਗੂ ਕਰਾਉਣ ਦੀ ਸ਼ਕਤੀ ਦਿੰਦਾ ਹੈ, ਠੀਕ ਹੈ। ਤੇ 5ਵਾਂ ਪੁਆਇੰਟ ਕਹਿੰਦਾ ਹੈ ਕਿ ਭਾਰਤ ਦੀ ਸੰਸਦ ਆਮ ਕਾਨੂੰਨ ਪਾਸ ਕਰਨ ਦੀ ਵਿਧੀ ਦੁਆਰਾ ਮੌਲਿਕ ਅਧਿਕਾਰਾਂ ਵਿੱਚ ਸੋਧ ਨਹੀਂ ਕਰ ਸਕਦੀ। ਬਿਲਕੁਲ ਜਿਹੜੇ ਆਪਣੇ ਮੌਲਿਕ ਅਧਿਕਾਰ ਨੇ ਉਹਨਾਂ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਇਹ ਆਪਣੇ ਬਿਲਕੁਲ ਪਰਮਾਨੈਂਟ ਨੇ ਇਹ ਮੌਲਿਕ ਅਧਿਕਾਰ, ਠੀਕ ਹੈ। ਇਹਨਾਂ ਦੇ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ, ਜਿੱਦਾਂ ਕਿ ਆਪਾਂ ਆਮ ਕਾਨੂੰਨਾਂ ਦੇ ਵਿੱਚ ਕਰ ਸਕਦੇ ਹਾਂ, ਉਸ ਤਰ੍ਹਾਂ ਇਸ ਦੇ ਵਿੱਚ ਸੋਧ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ। ਤਾਂ ਇਹ ਜਿੰਨੇ 5 ਦੇ 5 ਪੁਆਇੰਟ ਨੇ ਇਹ ਸਾਰੇ ਜਿਹੜੇ ਨੇ ਮੌਲਿਕ ਅਧਿਕਾਰਾਂ ਨੂੰ ਦੱਸਦੇ ਨੇ, ਠੀਕ ਹੈ, ਕਿ ਇਹ ਮੌਲਿਕ ਕਿਉਂ ਹਨ ਆਮ ਅਧਿਕਾਰਾਂ ਨਾਲੋਂ, ਠੀਕ ਹੈ। ਜੇਕਰ ਤੁਸੀਂ ਇਸ ਨੂੰ ਇੱਕ ਵਾਰੀ ਆਪ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਨੂੰ ਹੋ ਸਕਦਾ ਹੋਰ ਵਧੀਆ ਤਰੀਕੇ ਨਾਲ ਸਮਝ ਆ ਜਾਣ, ਤਾਂ ਤੁਸੀਂ 5 ਪੁਆਇੰਟ ਨੂੰ ਇੱਕ ਵਾਰੀ ਧਿਆਨ ਨਾਲ ਪੜ੍ਹ ਲਿਓ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਅੱਗੇ ਆਪਾਂ
ਇੱਕ ਵਾਰੀ ਮੌਲਿਕ ਅਧਿਕਾਰਾਂ ਦੇ ਸਰੂਪ ਬਾਰੇ ਵੀ ਪੜ੍ਹ ਲਈਏ, ਠੀਕ ਹੈ, ਕਿ ਕਿੱਦਾਂ ਨੇ। ਜਸਟ 5 ਮਿੰਟ ਦਾ ਰਹਿ ਗਿਆ। ਦੇਖੋ ਜਿਹੜੇ ਮੌਲਿਕ ਅਧਿਕਾਰ ਨੇ ਉਹ ਅਤੀ ਵਿਸਤ੍ਰਿਤ ਨੇ। ਕਿਉਂ ਹਨ? ਕਿਉਂਕਿ ਆਪਾਂ ਨੂੰ ਪਤਾ ਹੈ ਕਿ 14 ਤੋਂ 32 ਤੱਕ ਜਿਹੜੇ ਨੇ ਆਪਣੇ ਮੌਲਿਕ ਅਧਿਕਾਰ ਜਿਹੜੇ ਨੇ ਦਰਜ ਕੀਤੇ ਗਏ ਨੇ, ਜਿਹਦਾ ਵਿੱਚ ਕਿ ਸਮਾਨਤਾ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਧਾਰਮਿਕ, ਸੱਭਿਆਚਾਰਕ ਸਾਰੇ ਦਿੱਤੇ ਗਏ ਨੇ, ਠੀਕ ਹੈ, ਅਤੇ ਕਾਫੀ ਵੱਡੇ ਰੂਪ ਦੇ ਵਿੱਚ ਦਿੱਤੇ ਗਏ ਨੇ, ਵਿਸਤ੍ਰਿਤ ਰੂਪ ਦੇ ਵਿੱਚ। ਤਾਂ ਜਿਹੜੇ ਮੌਲਿਕ ਅਧਿਕਾਰ ਨੇ ਕੀ ਨੇ? ਅਤੀ ਵਿਸਤ੍ਰਿਤ ਨੇ। ਉਸ ਤੋਂ ਬਾਅਦ ਜੇ ਗੱਲ ਕਰੀਏ ਅਧਿਕਾਰਾਂ ਦਾ ਜਿਹੜਾ ਨਕਾਰਾਤਮਕ ਰੂਪ ਵੀ ਹੈਗਾ, ਸਕਾਰਾਤਮਕ ਵੀ ਹੈਗਾ, ਪੋਜ਼ੀਟਿਵ ਵੀ ਨੇ, ਨੈਗੇਟਿਵ ਨੇ। ਕਿਉਂ ਪੋਜ਼ੀਟਿਵ ਨੇ, ਕਿਉਂ ਨੈਗੇਟਿਵ ਨੇ? ਦੇਖਦੇ ਨੇ ਕਿ ਕੁਝ ਮੌਲਿਕ ਅਧਿਕਾਰ ਸਰਕਾਰ ਨੂੰ ਕੁਝ ਕੰਮ ਕਰਨ 'ਤੇ ਰੋਕ ਲਗਾਉਂਦੇ ਨੇ, ਪਰ ਕੁਝ ਮੌਲਿਕ ਅਧਿਕਾਰ ਸਰਕਾਰ ਨੂੰ ਪੋਜ਼ੀਟਿਵ ਆਦੇਸ਼ ਦਿੰਦੇ ਨੇ, ਠੀਕ ਹੈ। ਜਿੱਦਾਂ ਕਿ ਧਾਰਮਿਕ ਆਜ਼ਾਦੀ ਦਾ ਮੌਲਿਕ ਅਧਿਕਾਰ ਸਰਕਾਰ ਨੂੰ ਵਿਅਕਤੀਆਂ ਦੇ ਧਾਰਮਿਕ ਕੰਮਾਂ ਵਿੱਚ ਦਖਲ ਦੇਣ ਤੋਂ ਰੋਕਦਾ ਹੈ, ਠੀਕ ਹੈ। ਦੂਜੇ ਪਾਸੇ ਸ਼ੋਸ਼ਣ ਵਿਰੁੱਧ ਅਧਿਕਾਰ ਸਰਕਾਰ ਨੂੰ ਵਿਅਕਤੀਆਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਰੋਕਦਾ ਹੈ, ਠੀਕ ਹੈ। ਤਾਂ ਇਹ ਜਿਹੜਾ ਪੋਜ਼ੀਟਿਵ ਰੂਪ ਵੀ ਹੈ, ਨੈਗੇਟਿਵ ਵੀ ਰੂਪ ਹੈ, ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ ਵਿਦੇਸ਼ੀ ਅਤੇ ਨਾਗਰਿਕ ਦੇ ਵਿੱਚ ਅੰਤਰ। ਦੇਖੋ ਜਿੰਨੇ ਵੀ ਆਪਣੇ ਮੌਲਿਕ ਅਧਿਕਾਰ ਨੇ ਇਹ ਜ਼ਰੂਰੀ ਨਹੀਂ ਹੈਗੇ ਕਿ ਇਹ ਵਿਦੇਸ਼ੀਆਂ ਨੂੰ ਵੀ ਮਿਲਣ, ਠੀਕ ਹੈ। ਤੁਸੀਂ ਪੜ੍ਹ ਸਕਦੇ ਹੋ ਕਿ ਮੌਲਿਕ ਅਧਿਕਾਰ ਜਿਹੜੇ ਨੇ ਵਿਦੇਸ਼ੀ ਅਤੇ ਨਾਗਰਿਕ ਦੇ ਵਿੱਚ ਅੰਤਰ ਕਰਦੇ ਨੇ। ਕੁਝ ਅਧਿਕਾਰ ਅਜਿਹੇ ਨੇ ਜਿਹੜੇ ਕਿ ਕੇਵਲ ਨਾਗਰਿਕ ਹੀ ਜਿਹੜੇ ਕਿ ਕੇਵਲ ਨਾਗਰਿਕਾਂ ਨੂੰ ਹੀ ਮਿਲਦੇ ਨੇ, ਠੀਕ ਹੈ, ਅਤੇ ਕੁਝ ਅਧਿਕਾਰ ਦੋਨਾਂ ਨੂੰ ਮਿਲਦੇ ਨੇ, ਜਿੱਦਾਂ ਕਿ ਵਿਚਾਰ ਪ੍ਰਗਟਾਉਣ ਹੋ ਗਿਆ, ਠੀਕ ਹੈ, ਸੰਘ ਆਪਣਾ ਬਣਾ ਸਕਦੇ ਹਾਂ, ਠੀਕ ਹੈ। ਸਰਕਾਰੀ ਅਹੁਦਾ ਪ੍ਰਾਪਤ ਕਰਨ ਦੇ ਲਈ ਜਿਹੜੇ ਅਧਿਕਾਰ ਨੇ ਉਹ ਕੇਵਲ ਨਾਗਰਿਕਾਂ ਨੂੰ ਮਿਲੇ ਗਏ ਨੇ, ਠੀਕ ਹੈ, ਕਿ ਹਰੇਕ ਕੋਈ ਨਹੀਂ ਆਪਣੀ ਜਿਹੜੀ ਸਟੇਟ ਦੇ ਵਿੱਚ, ਆਪਣੀ ਜਿਹੜੀ ਕੰਟਰੀ ਦੇ ਵਿੱਚ ਜੋਬ ਲੈ ਸਕਦਾ, ਠੀਕ ਹੈ, ਉਹ ਸਿਰਫ ਨਾਗਰਿਕਾਂ ਦੇ ਲਈ ਨੇ। ਪਰ ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਧਾਰਮਿਕ ਦਾ ਆਜ਼ਾਦੀ ਦਾ ਜਿਹੜਾ ਅਧਿਕਾਰ ਹੈ ਉਹ ਵਿਦੇਸ਼ੀ ਅਤੇ ਨਾਗਰਿਕ ਦੋਨਾਂ ਨੂੰ ਸਮਾਨ ਦੇ ਰੂਪ ਵਿੱਚ ਪ੍ਰਾਪਤ ਨੇ। ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿਹੜਾ ਅਧਿਕਾਰ ਹੈ ਜਿਹੜਾ ਕਿ ਵਿਦੇਸ਼ੀ ਅਤੇ ਨਾਗਰਿਕ ਦੋਨਾਂ ਨੂੰ ਮਿਲਿਆ ਹੋਇਆ ਹੈ? ਤਾਂ ਉਹ ਹੈਗਾ ਜੀ ਕਾਨੂੰਨ ਸਾਹਮਣੇ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਅਧਿਕਾਰ, ਜਿਹੜਾ ਕਿ ਵਿਦੇਸ਼ੀਆਂ ਅਤੇ ਨਾਗਰਿਕ ਦੋਨਾਂ ਨੂੰ ਸਮਾਨਤਾ ਦੇ ਰੂਪ ਦੇ ਵਿੱਚ ਮਿਲਿਆ ਹੋਇਆ ਦੋਨਾਂ ਨੂੰ, ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਮੌਲਿਕ ਅਧਿਕਾਰਾਂ 'ਤੇ ਕੁਝ ਹੱਦ ਤੱਕ ਰੋਕ। ਜਿੰਨੇ ਵੀ ਆਪਣੀ ਪੁਲਿਸ ਅਤੇ ਸੁਰੱਖਿਆ ਬਲ ਨੇ ਇਹਨਾਂ 'ਤੇ ਕੁਝ ਹੱਦ ਤੱਕ ਰੋਕ ਲਗਾਈ ਜਾ ਸਕਦੀ ਹੈ, ਠੀਕ ਹੈ, ਤਾਂ ਕਿ ਉਹ ਆਪਣੇ ਜਿਹੜੇ ਕੰਮ ਚੰਗੀ ਤਰ੍ਹਾਂ ਚੰਗੀ ਕੁਸ਼ਲਤਾ ਦੇ ਨਾਲ ਕਰਨ, ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ ਇਹ ਅਧਿਕਾਰ ਅਸੀਮਿਤ ਨਹੀਂ ਹਨ। ਕਿਉਂ ਨਹੀਂ ਹੈਗੇ? ਕਿਉਂਕਿ ਇਸ ਦੀ ਵਰਤੋਂ ਦੇ ਨਾਲ ਉਚਿਤ ਰੋਕਾਂ ਵੀ ਲਗਾਈਆਂ ਜਾ ਸਕਦੀਆਂ ਹਨ, ਠੀਕ ਹੈ। ਤਾਂ ਇਹ ਜਿਹੜਾ ਉਚਿਤ ਰੋਕਾਂ ਲਗਾਉਣ ਦਾ ਅਧਿਕਾਰ ਹੈ ਕਿਹਦੇ ਕੋਲ ਹੈ? ਭਾਰਤੀ ਸੰਸਦ ਦੇ ਕੋਲ ਹੈ। ਇਹ ਵੀ ਪੁਆਇੰਟ ਬਿਲਕੁਲ ਇੰਪੋਰਟੈਂਟ ਹੈ। ਮੌਲਿਕ ਅਧਿਕਾਰਾਂ ਉੱਤੇ ਉਚਿਤ ਰੋਕਾਂ ਦਾ ਲਾਉਣ ਦਾ ਅਧਿਕਾਰ ਕਿਹਨਾਂ ਕੋਲ ਹੈ? ਉਹ ਹੈਗਾ ਜੀ ਭਾਰਤੀ ਸੰਸਦ ਦੇ ਕੋਲ, ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ ਮੌਲਿਕ ਅਧਿਕਾਰ ਨਾਗਰਿਕ ਅਤੇ ਰਾਜਨੀਤਿਕ ਦੋਨੋਂ ਸਰੂਪ ਦੇ ਹਨ, ਠੀਕ ਹੈ, ਤੁਸੀਂ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਮੌਲਿਕ ਅਧਿਕਾਰਾਂ ਦੀ ਜਿਹੜੀ ਉਲੰਘਣਾ ਨਹੀਂ ਕੀਤੀ ਜਾ ਸਕਦੀ, ਠੀਕ ਹੈ। ਵੀਡੀਓ ਨੂੰ ਪਾਊਜ਼ ਕਰਕੇ ਤੁਸੀਂ ਇੱਥੇ ਹੀ ਪੜ੍ਹ ਸਕਦੇ ਹੋ ਪੁਆਇੰਟ ਟੂ ਪੁਆਇੰਟ, ਜਾਂ ਫਿਰ ਤੁਸੀਂ PDF ਦੇ ਵਿੱਚ ਪੜ੍ਹ ਲਿਓ, ਠੀਕ ਹੈ। ਤਾਂ ਮੌਲਿਕ ਅਧਿਕਾਰਾਂ ਦੀ ਜਿਹੜੀ ਉਲੰਘਣਾ ਨਹੀਂ ਕੀਤੀ ਜਾ ਸਕਦੀ, ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਠੀਕ ਹੈ, ਕਿ ਕੋਈ ਵੀ ਜਿਹੜਾ ਇਸ ਨੂੰ ਆਪਾਂ ਜਿਹੜਾ ਭੰਗ ਨਹੀਂ ਕਰ ਸਕਦਾ ਆਪਣੇ ਮੌਲਿਕ ਅਧਿਕਾਰਾਂ ਨੂੰ, ਠੀਕ ਹੈ। ਇਹ ਨਿਆਂ ਸੰਗਤ ਹਨ। ਕਿਉਂ ਹਨ? ਕਿਉਂਕਿ ਜਿਹੜੇ ਕੋਈ ਵੀ ਵਿਅਕਤੀ ਜਿਹੜਾ ਇਸ ਦੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ ਅਦਾਲਤ ਦੇ ਵਿੱਚ ਜਾ ਸਕਦਾ, ਇਸ ਕਰਕੇ ਇਸ ਨੂੰ ਨਿਆਂ ਸੰਗਤ ਕਹਿੰਦੇ ਹਨ। ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ ਅਦਾਲਤ ਵਿੱਚ ਜਾਣ ਦਾ ਅਧਿਕਾਰ ਆਪਣੇ ਆਪ ਦੇ ਵਿੱਚ ਹੀ ਇੱਕ ਮੌਲਿਕ ਅਧਿਕਾਰ ਹੈ। ਤਾਂ ਇਹ ਜਿੰਨੇ ਵੀ ਪੁਆਇੰਟ ਨੇ ਇਹ ਸਾਰੇ ਹੀ ਮੌਲਿਕ ਅਧਿਕਾਰਾਂ ਦੇ ਰਿਲੇਟਿਡ ਨੇ, ਠੀਕ ਹੈ। ਮੌਲਿਕ ਅਧਿਕਾਰ ਕਿਸ ਤਰ੍ਹਾਂ ਬਣਾਏ ਗਏ ਨੇ, ਕਿਹੜੀ ਚੀਜ਼ ਦੇ ਥਰੂ ਬਣਾਏ ਗਏ ਨੇ, ਕਿਹੜੇ ਕਿਹੜੇ ਟਾਈਪ ਦੇ ਹਨ, ਤਾਂ ਇਹ ਉਹਨਾਂ ਬਾਰੇ ਦੱਸਦੇ ਹਨ, ਠੀਕ ਹੈ। ਤਾਂ ਇਹ ਪੁਆਇੰਟ ਵੀ ਜਿਹੜੇ ਨੇ ਕਵਰ ਕਰਨੇ ਜ਼ਰੂਰੀ, ਠੀਕ ਹੈ। ਤਾਂ ਹੁਣ ਮੈਂ ਜਿੰਨੇ ਵੀ ਪੁਆਇੰਟ ਸੀਗੇ ਮੌਲਿਕ ਅਧਿਕਾਰ ਦੇ ਰਿਲੇਟਿਡ, ਜਿੰਨੇ ਵੀ ਕੁਐਸਚਨ ਬਣ ਸਕਦੇ ਸੀ, ਠੀਕ ਹੈ, ਜਿੰਨੇ ਵੀ ਕੁਐਸਚਨ ਬਣ ਸਕਦੇ ਸੀ ਆਪਣੇ ਮੌਲਿਕ ਅਧਿਕਾਰ ਦੇ ਰਿਲੇਟਿਡ, ਉਹ ਮੈਂ ਇਸ PDF ਦੇ ਵਿੱਚ ਕਵਰ ਕਰ ਦਿੱਤੇ ਨੇ, ਠੀਕ ਹੈ। ਤੁਸੀਂ ਇੱਕ ਦੋ ਵਾਰ ਇਹਨੂੰ ਖੁਦ ਵੀ ਪੜ੍ਹਿਓ, ਠੀਕ ਹੈ। ਜਿੱਥੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਬਿਲਕੁਲ ਪੁੱਛ ਸਕਦੇ ਹੋ ਬੇਝਿਜਕ, ਠੀਕ ਹੈ। ਤੁਹਾਡਾ ਜਿਹੜਾ ਇਹ ਚੈਨਲ ਜਿਹੜਾ ਤੁਹਾਡੀ ਹੈਲਪ ਕਰਨ ਦੇ ਵਿੱਚ ਕਿਸੇ ਤਰ੍ਹਾਂ ਦਾ ਇਹ ਪਿੱਛੇ ਨਹੀਂ ਰਹੂਗਾ, ਠੀਕ ਹੈ। ਹਰੇਕ ਟਾਈਪ ਦੀ ਤੁਹਾਡੀ ਹੈਲਪ ਕੀਤੀ ਜਾਵੇਗੀ। ਤਾਂ ਇਸ ਕਰਕੇ ਸਭ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਦੇਖੋ ਤੁਸੀਂ ਆਪ ਸੋਚੋ ਕਿੰਨਾ ਸਾਰਾ PDF ਜਿਹੜਾ ਆਪਣੇ ਆਪ ਟਾਈਪ ਕਰਕੇ ਪ੍ਰੋਪਰ ਬਣਾਉਣਾ ਪੈਂਦਾ ਹੈ, ਬਹੁਤ ਟਾਈਮ ਲੱਗਦਾ ਇਸ PDF ਨੂੰ ਬਣਾਉਣ ਦੇ ਵਿੱਚ, ਠੀਕ ਹੈ। ਤਾਂ ਇਸ ਨੂੰ ਫਿਰ PDF ਨੂੰ ਬਣਾ ਕੇ ਐਡਿਟ ਕਰਕੇ ਅਪਲੋਡ ਕਰਨਾ ਹੁੰਦਾ ਹੈ। ਤਾਂ ਇਹ ਚੀਜ਼ਾਂ ਵੀ ਦੇਖਿਆ ਕਰੋ ਤੁਸੀਂ, ਠੀਕ ਹੈ, ਬਹੁਤ ਮਿਹਨਤ ਲੱਗਦੀ ਹੈ। ਤਾਂ ਇਸ ਕਰਕੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਠੀਕ ਹੈ। ਜੇਕਰ ਤੁਹਾਡੀ ਥੋੜ੍ਹੀ ਬਹੁਤ ਵੀ ਹੈਲਪ ਹੋਈ ਹੋਵੇ ਇਸ ਵੀਡੀਓ ਦੇ ਨਾਲ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਅਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਿਓ, ਠੀਕ ਹੈ। ਅਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਹੋ ਕੇ ਦੱਸ ਸਕਦੇ ਹੋ, ਠੀਕ ਹੈ। ਬਾਕੀ ਇੱਕ ਸੁਜੈਸ਼ਨ ਹੈ ਕਿ ਤੁਸੀਂ ਜਿੰਨੇ ਵੀ ਤੁਹਾਨੂੰ ਮੈਂ ਅਧਿਕਾਰ ਲਿਖਾਏ ਨੇ ਇਹ, ਤਾਂ ਤੁਸੀਂ ਇਹਨਾਂ ਨੂੰ ਕਾਪੀ ਦੇ ਵਿੱਚ ਨੋਟ ਕਰ ਲਓ ਪ੍ਰੋਪਰ, ਠੀਕ ਹੈ। ਫਿਰ ਇਸ ਨੂੰ 2 ਤੋਂ 3 ਵਾਰੀ ਰਿਵੀਜ਼ਨ ਕਰੋਗੇ ਤਾਂ ਇਹ ਤੁਹਾਡੇ ਜਿਹੜੇ ਮਾਈਂਡ ਦੇ ਵਿੱਚ ਫਿਕਸ ਹੋ ਜਾਣਗੇ, ਕਿਉਂਕਿ ਦੇਖੋ ਹਰੇਕ ਚੀਜ਼ ਜਿਹੜੀ ਹੈ ਪਹਿਲੀ ਵਾਰ ਦੇ ਵਿੱਚ ਔਖੀ ਲੱਗਦੀ ਹੈ, ਜਦੋਂ ਤੁਹਾਨੂੰ ਇਹ ਪ੍ਰੋਪਰ ਯਾਦ ਹੋ ਜਾਣਗੇ ਤਾਂ ਇਹ ਤੁਹਾਨੂੰ ਬਿਲਕੁਲ ਚੁਟਕੀ ਦਾ ਕੰਮ ਲੱਗਣਗੇ, ਠੀਕ ਹੈ। ਤਾਂ ਇਸ ਕਰਕੇ ਤੁਸੀਂ ਇਹਨੂੰ ਜ਼ਰੂਰ ਕਵਰ ਕਰ ਲਿਓ। ਉਸ ਤੋਂ ਬਾਅਦ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਇਸ ਦੇ ਆਪਾਂ ਰਿਲੇਟਿਡ MCQ ਕਰਾਂਗੇ, ਠੀਕ ਹੈ, ਜਿਹਦੇ ਵਿੱਚ ਕਿ ਜਿੰਨੇ ਵੀ ਇਸ ਟੌਪਿਕ ਦੇ ਵਿੱਚੋਂ ਕੁਐਸਚਨ ਆਉਂਦੇ ਨੇ ਮੌਲਿਕ ਅਧਿਕਾਰ ਵਾਲੇ ਵਿੱਚੋਂ, ਠੀਕ ਹੈ, ਚਾਹੇ ਕੋਈ 1 ਡੇ ਐਗਜ਼ਾਮ ਹੈ, ਚਾਹੇ ਕੋਈ ਜਿਹੜਾ ਵੀ ਐਗਜ਼ਾਮ ਹੈ ਉਸ ਦੇ ਵਿੱਚ, ਉਹ ਸਾਰੇ ਆਪਾਂ ਕਵਰ ਕਰਾਂਗੇ, ਠੀਕ ਹੈ, ਨੈਕਸਟ ਵੀਡੀਓ ਦੇ ਵਿੱਚ। ਤਾਂ ਇਹ ਸੀਗੀ ਅੱਜ ਦੀ ਵੀਡੀਓ। ਵੈਰੀ ਇੰਪੋਰਟੈਂਟ ਟੌਪਿਕ ਤੁਹਾਡਾ ਕਵਰ ਹੋ ਚੁੱਕਿਆ ਹੈ। ਇਸੇ ਤਰ੍ਹਾਂ ਆਪਾਂ ਪੋਲੀਟੀ ਦੇ GK ਦੇ ਹੌਲੀ ਜਿਹੜੇ ਨੇ ਪੁਆਇੰਟ ਟੌਪਿਕ ਜਿਹੜੇ ਨੇ ਕਵਰ ਕਰਦੇ ਜਾਵਾਂਗੇ, ਠੀਕ ਹੈ। ਤਾਂ ਇਹ ਸੀਗੀ ਅੱਜ ਦੀ ਵੀਡੀਓ। ਬਾਕੀ ਜੇਕਰ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ, ਸੁਜੈਸ਼ਨ ਹੋਵੇ, ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਵਿਚਾਰ ਹੋਵੇ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਹੋ ਕੇ ਲਿਖ ਸਕਦੇ ਹੋ।
ਠੀਕ ਹੈ। ਤਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨਾ ਨਾ ਭੁੱਲਣਾ, ਉੱਥੇ ਤੁਹਾਨੂੰ ਜਿਹੜਾ ਇਹ PDF ਹੈ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾ ਦਿੱਤਾ ਜਾਵੇਗਾ। ਠੀਕ ਹੈ, ਤਾਂ ਇਹ ਸੀਗੀ ਅੱਜ ਦੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ।